ਹੈਲੋ एवरीवन ਗਿਲਸ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਤੁਹਾਡੇ ਲਈ ਮੈਂ ਇੱਕ ਸ਼ੁਭਕਾਮਨਾ ਦੇਣਾ ਚਾਹਾਂਗਾ ਕਿ ਅਗਲੇ ਸਿਰਫ 10 ਦਿਨ ਰਹਿ ਚੁੱਕੇ ਨੇ ਨੈਬ ਤਹਿਸੀਲਦਾਰ ਲਈ ਤੇ ਸਾਡੇ ਦਿਲੋਂ ਤਮੰਨਾ ਗਿਲਸ ਮੈਂਟੋਰ ਦੀ ਕਿ ਤੁਸੀਂ ਅੱਛਾ ਕਰੋ ਐਗਜ਼ਾਮ ਵਿੱਚ ਤੇ ਮੈਰਿਟ ਲਿਸਟ ਵਿੱਚ ਆਓ, ਰੈਂਕ ਹਾਸਿਲ ਕਰੋ। ਰੈਂਕ ਵੀ ਆਪਣੇ ਆਪ 'ਚ ਇੱਕ ਬੜੀ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਤੁਸੀਂ ਇਸ ਤਰ੍ਹਾਂ ਦੇ ਐਗਜ਼ਾਮ, ਇੱਕ ਅੱਛੇ ਐਗਜ਼ਾਮ ਵਿੱਚ ਤੁਸੀਂ ਰੈਂਕ ਹਾਸਿਲ ਕਰਦੇ ਹੋ। ਤਾਂ ਗਿਲਸ ਮੈਂਟੋਰ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹੈ ਕਿ ਅਗਲੇ 10 ਦਿਨ ਤੁਹਾਡੇ ਅੱਛੇ ਬੀਤਣ, ਤੁਸੀਂ ਅੱਛੇ ਤਰੀਕੇ ਨਾਲ ਰਿਵੀਜ਼ਨ ਕਰੋ, ਠੀਕ ਹੈ। ਤੇ ਸ਼ੁਰੂਆਤ ਕਰਦੇ ਹਾਂ, ਜਿਵੇਂ ਤੁਸੀਂ ਟਾਈਟਲ ਪੜ੍ਹਿਆ ਕਿ ਅਸੀਂ ਇਹਨਾਂ ਸੈਸ਼ਨਾਂ ਵਿੱਚ ਆਪਾਂ ਦੇਖੋ ਮੌਕ ਟੈਸਟ ਲੈ ਰਹੇ ਹਾਂ। ਆਪਾਂ ਦੈਨ ਤੁਹਾਡੇ ਨਾਲ ਅਸੀਂ ਅੱਛੇ ਕੁਐਸਚਨ ਡਿਸਕਸ ਕਰ ਰਹੇ ਹਾਂ। ਪਿਛਲੇ ਕਾਫੀ ਦਿਨਾਂ ਤੋਂ ਅਸੀਂ ਮੌਕ ਟੈਸਟ ਲੈ ਰਹੇ ਹਾਂ ਤੇ ਅੱਜ ਦੇ ਸੈਸ਼ਨ ਵਿੱਚ ਆਪਾਂ ਜੋ ਡਿਸਕਸ ਕਰਨਾ ਹੈ ਉਹ ਹੈ ਰਿਪੋਰਟਸ ਐਂਡ ਇੰਡੈਕਸਿਸ, ਠੀਕ ਹੈ। ਰਿਪੋਰਟਸ ਤੇ ਇੰਡੈਕਸਿਸ ਨੂੰ ਆਪਾਂ ਕਿਸ ਤਰ੍ਹਾਂ ਦੇਖ ਸਕਦੇ ਹਾਂ? ਦੇਖੋ, ਕੋਈ ਸਿੰਗਲ ਬੇਸ ਵਿੱਚ ਤੁਹਾਨੂੰ ਕੁਐਸਚਨ ਰਿਪੋਰਟ ਤੇ ਇੰਡੈਕਸਿਸ ਬਾਰੇ ਨਹੀਂ ਪੁੱਛਿਆ ਜਾ ਸਕਦਾ, ਮੈਚ ਦਾ ਫੋਲਿੰਗ ਆ ਸਕਦਾ ਹੈ। ਇੱਕ ਪਾਸੇ ਰਿਪੋਰਟਸ ਦੇ ਦੇਣਗੇ, ਦੂਜੇ ਪਾਸੇ ਉਹਦੀਆਂ ਆਰਗੇਨਾਈਜੇਸ਼ਨ ਦੇ ਦੇਣਗੇ। ਇੱਕ ਪਾਸੇ ਰਿਪੋਰਟਸ ਵਿੱਚੋਂ ਉਹਨਾਂ ਦੇ ਰੈਂਕਿੰਗ ਬਾਰੇ ਪੁੱਛੀ ਜਾ ਸਕਦੀ ਹੈ ਕਿ ਇੰਡੀਆ ਦੀ ਰੈਂਕਿੰਗ ਕਿਆ ਹੈ। ਦੈਨ ਉਹਨਾਂ ਨੂੰ ਮੈਚ ਦਾ ਫੋਲਿੰਗ ਵਿੱਚ ਪੁੱਛਿਆ ਜਾ ਸਕਦਾ ਹੈ ਜਾਂ ਸਟੇਟਮੈਂਟ ਬੇਸ ਵਿੱਚ ਵੀ ਇਹਨੂੰ ਕਨਵਰਟ ਕੀਤਾ ਜਾ ਸਕਦਾ ਹੈ। ਤਾਂ ਕਰੰਟ ਅਫੇਅਰ ਵਿੱਚ ਤੁਹਾਨੂੰ ਟੌਪਿਕ ਵਾਈਜ਼ ਕਰੰਟ ਅਫੇਅਰ ਕਿਹੜੇ ਪੜ੍ਹਨੇ ਨੇ, ਉਹਦੇ ਵਿੱਚ ਅਸੀਂ ਜਿੰਨਾ ਹੈਲਪ ਹੋ ਸਕੇਗੀ ਅਸੀਂ ਕਰਾਂਗੇ। ਡਨ, ਸਾਡਾ ਆਲਰੇਡੀ ਕੋਰਸ ਤਾਂ ਚੱਲਦਾ ਹੀ ਪਿਆ ਨੈਬ ਤਹਿਸੀਲਦਾਰ ਦਾ। ਡਨ, ਮਗਰ ਉਸਦੇ ਨਾਲ ਅਸੀਂ ਐਸੇ ਸੈਸ਼ਨਸ ਵੀ ਨਾਲ ਲਿਆਉਂਦੇ ਰਹਾਂਗੇ ਜਿਸ ਵਿੱਚ ਤੁਹਾਡੀ ਹੈਲਪ ਹੁੰਦੀ ਰਹੇ। ਇਸ ਇੱਕ ਤਰੀਕੇ ਨਾਲ ਤੁਹਾਡੇ ਕਰੰਟ ਅਫੇਅਰ ਜਿਹੜੇ ਨੇ ਉਹ ਕੰਪਲੀਟ ਹੁੰਦੇ ਜਾਣਗੇ। ਡਨ, ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ ਤੁਹਾਡੀ ਸਟ੍ਰੈਟੇਜੀ ਨਾਲ ਰਿਲੇਟਿਡ, ਤੁਹਾਡੇ ਮਤਲਬ ਤਿਆਰੀ ਕਰਨ ਨਾਲ ਰਿਲੇਟਿਡ ਜਾਂ ਤੁਹਾਡੇ ਕਿਸੇ ਵੀ ਚੀਜ਼ ਨਾਲ ਰਿਲੇਟਿਡ, ਤੁਸੀਂ ਸਾਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ। ਗਿਲਸ ਮੈਂਟੋਰ ਤੁਹਾਡੇ ਲਈ 24 ਘੰਟੇ ਹਾਜ਼ਰ ਹੈ। ਡਨ, ਸੋ ਸ਼ੁਰੂਆਤ ਕਰਦੇ ਹਾਂ। ਅੱਜ ਦਾ ਟਾਈਟਲ ਤੁਸੀਂ ਪੜ੍ਹ ਲਿਆ ਹੋਏਗਾ, ਰਿਪੋਰਟਸ ਐਂਡ ਇੰਡੈਕਸਿਸ ਬਾਰੇ ਪੜ੍ਹਾਂਗੇ। ਡਨ, ਉਹਨਾਂ ਨੂੰ ਮੈਂ ਦੱਸਾਂਗਾ ਤੁਹਾਨੂੰ ਕਿ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਪੜ੍ਹਨਾ ਹੈ, ਕਿੰਨਾ ਮੈਮਰੀ ਜਿਹੜੀ ਆ ਉਸ ਵਿੱਚ ਲਗਾਉਣੀ ਹੈ ਨਾ, ਫੋਕਸ ਬਣਾਉਣਾ ਹੈ। ਕਿਉਂਕਿ ਤੁਹਾਨੂੰ ਬੜਾ ਕੁਝ ਯਾਦ ਕਰਨਾ ਹੈ, ਤਾਂ ਉਸ ਵਿੱਚ ਤੁਸੀਂ ਕੀ ਚੀਜ਼ਾਂ ਯਾਦ ਰੱਖ ਸਕਦੇ ਹੋ ਤੇ ਕਿਹੜੇ ਇੰਪੋਰਟੈਂਟ ਰਿਪੋਰਟ ਇੰਡੈਕਸਿਸ ਯਾਦ ਕਰਨੇ ਨੇ, ਉਧਰ ਹੀ ਜਿਹੜੇ ਸੈਸ਼ਨਸ ਹੈ ਉਹ ਤੁਹਾਡੇ ਲਈ ਇੰਪੋਰਟੈਂਟ ਹੋਣਗੇ। ਯਾਨੀ ਕਿ ਜਿਹੜਾ ਅੱਜ ਦਾ ਸੈਸ਼ਨ ਹੋਏਗਾ ਉਹ ਪਾਰਟ 1 ਹੋਏਗਾ, ਕਿਉਂਕਿ ਪਾਰਟ 2 ਜਾਂ ਪਾਰਟ 3 ਵਿੱਚ ਆਪਾਂ ਟੋਟਲ ਇੰਡੈਕਸਿਸ ਜਿਹੜੇ ਆਪਾਂ ਤੁਹਾਡੇ ਨਾਲ ਡਿਸਕਸ ਕਰ ਲਾਂਗੇ। ਸੋ ਸ਼ੁਰੂਆਤ ਕਰਦੇ ਹਾਂ। ਸ਼ੁਰੂਆਤ ਕਰਨ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਦਿਖ ਰਿਹਾ ਇਸ ਵਿੱਚ ਪੈਂਪਲੇਟ ਦਿਖ ਰਿਹਾ, ਉਹ ਦਿਖ ਰਿਹਾ ਪੰਜਾਬ ਪੁਲਿਸ ਦਾ। ਅਸੀਂ ਪੰਜਾਬ ਪੁਲਿਸ ਦਾ ਬੈਚ ਆਲਰੇਡੀ ਸਟਾਰਟ ਕਰ ਚੁੱਕੇ ਹਾਂ। ਦੈਨ ਹਾਲੇ ਦਾ ਇੰਨਾ ਸਿਲੇਬਸ ਨਹੀਂ ਹੋਇਆ। ਜਿਹੜੇ ਬੱਚਿਆਂ ਨੂੰ ਹਲੇ ਵੀ ਐਂ ਲੱਗ ਰਿਹਾ ਕਿ ਪਤਾ ਨਹੀਂ ਨਿਊ ਬੈਚ ਆਏਗਾ, ਅਸੀਂ ਉਦੋਂ ਜੁਆਇਨ ਕਰਾਂਗੇ, ਤੁਹਾਨੂੰ ਇਸ ਵਿੱਚ ਜਾ ਕੇ ਤਿਆਰੀ ਕਰਨ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ। ਹਲੇ ਵੀ ਅਸੀਂ ਬੜੇ ਆਹਿਸਤਾ ਚੱਲ ਰਹੇ ਹਾਂ, ਤਿਆਰੀ ਕਰਾ ਰਹੇ ਹਾਂ, ਨਾਲ ਪ੍ਰੈਕਟਿਸ ਕਰਾ ਰਹੇ ਹਾਂ, ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣਗੀ। ਵਿਦਿਨ 5 ਡੇਜ਼ ਵਿੱਚ ਤੁਸੀਂ ਪਿਛਲਾ ਸਾਰਾ ਜਿੰਨਾ ਅਸੀਂ ਕਰਾਇਆ ਉਹ ਤੁਸੀਂ ਕਵਰ ਕਰ ਲਓਗੇ, ਕੋਈ ਪ੍ਰੋਬਲਮ ਨਹੀਂ ਆਉਣ ਵਾਲੀ। ਗਿਲਸ ਮੈਂਟੋਰ ਨੇ ਸਪੈਸ਼ਲ ਪੰਜਾਬ ਪੁਲਿਸ 2022 ਦਾ ਬੈਚ ਸਟਾਰਟ ਕੀਤਾ ਹੈ। ਇਹਨਾਂ ਵਿੱਚ 10,000 ਜਿਹੜੀਆਂ ਨਿਊ ਭਰਤੀਆਂ ਆ ਰਹੀਆਂ, ਉਹਨਾਂ ਸਾਰਿਆਂ ਦੀ ਤਿਆਰੀ ਇੱਕੋ ਹੀ ਬੈਚ ਵਿੱਚ ਕਰਾਉਣ ਜਾ ਰਹੇ ਹਾਂ। ਤੇ ਤੁਹਾਨੂੰ ਬੈਚ ਲੈਣਾ ਤਾਂ ਤੁਸੀਂ ਕਰਕੇ ਸਕਦੇ ਹੋ। ਗਿਲਸ ਮੈਂਟੋਰ ਦਾ ਆਪਣਾ ਐਪ ਹੈ, ਗਿਲਸ ਮੈਂਟੋਰ ਦੀ ਐਪ ਹੈ ਸਾਡੀ। ਦੈਨ ਇਸੇ ਨਾਮ ਤੇ ਸੇਮ ਨਾਮ ਤੇ ਤੁਸੀਂ ਐਂਡਰੋਇਡ ਫੋਨ ਜਿਹੜਾ ਤੁਹਾਡਾ ਹੈ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ। ਸੋ ਇਹ ਤੁਸੀਂ 999 ਦਾ ਇਹ ਕੋਰਸ ਲੈ ਸਕਦੇ ਹੋ। ਲਾਈਵ ਕਲਾਸਿਸ ਪਲੱਸ ਪੀਡੀਐਫਸ ਹੈ। ਇਸ ਨੂੰ ਤੁਸੀਂ ਬਾਅਦ ਵਿੱਚ ਰਿਕਾਰਡਡ ਕਲਾਸਿਸ ਵੀ ਦੇਖ ਸਕਦੇ ਹੋ। ਇਹ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ, ਇਸ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ। ਦੈਨ ਉਸ ਤੋਂ ਇਲਾਵਾ ਐਕਸਰਸਾਈਜ਼ ਦਾ ਤੁਹਾਨੂੰ ਪਤਾ ਹੀ ਹੈ ਕਿ ਇਸ ਵਿੱਚੋਂ ਲਗਭਗ 107 ਜਿਹੜੇ ਇੰਸਪੈਕਟਰ ਦੀ ਪੋਸਟਸ ਆਉਣੀਆਂ ਹੀ ਆਉਣੀਆਂ। ਆਪਾਂ ਨੇ ਬਹੁਤ ਸਾਰੇ ਮਤਲਬ ਆਪਾਂ ਨੇ ਵੈਕੈਂਸੀਜ਼ ਬਾਰੇ ਲਗਾਤਾਰ ਡਿਸਕਸ ਕਰ ਰਿਹਾ ਗਿਲਸ ਮੈਂਟੋਰ ਤੁਹਾਡੇ ਨਾਲ, ਤੇ ਹਰੇਕ ਚੀਜ਼ ਬਾਰੇ ਬਿਲਕੁਲ ਹੀ ਤੈਅ ਕਰਕੇ ਦੱਸ ਰਿਹਾ ਕਿ ਕਿਹੜੀ ਚੀਜ਼ ਕਿਸ ਤਰ੍ਹਾਂ ਹੋ ਸਕਦੀ ਹੈ। ਤਾਂ ਜੇ ਤੁਹਾਨੂੰ ਭਰੋਸਾ ਹੈ ਗਿਲਸ ਮੈਂਟੋਰ ਤੇ, ਆਪਣੀ ਤਿਆਰੀ ਸ਼ੁਰੂ ਕਰ ਦਿਓ। ਇਹ ਵੀ ਬੈਚ ਆਲਰੇਡੀ ਸਟਾਰਟ ਹੋ ਚੁੱਕਾ ਹੈ। ਵੈਲਿਡਿਟੀ 1 ਈਅਰ ਦੀ ਹੈ। ਓਕੇ, ਟੋਟਲ ਆਪਾਂ ਇਸ 'ਚ ਫ੍ਰੀ ਟੈਸਟ ਸੀਰੀਜ਼ ਵੀ ਪ੍ਰੋਵਾਈਡ ਕਰ ਰਹੇ ਹਾਂ। ਲਾਈਵ ਬੈਚਿਸ ਹੈ, ਟੌਪਿਕ ਵਾਈਜ਼ ਪੀਡੀਐਫਸ ਹੈ। 999 ਦਾ ਇਹ ਕੋਰਸ ਹੈ। ਡਨ, ਓਕੇ, 1999 ਦਾ। ਉਸ ਤੋਂ ਇਲਾਵਾ ਕੋਆਪਰੇਟਿਵ ਬੈਂਕ ਕਲਰਕ ਦੀਆਂ 738 ਪੋਸਟਸ ਮੈਂ ਤੁਹਾਨੂੰ ਕਿਹਾ ਸੀ, ਉਸਦੇ ਵੀ ਲਗਭਗ ਪੂਰੀ ਪ੍ਰੋਪਰ 100% ਸਿਲੈਕਸ਼ਨ ਬੈਚ ਚੱਲ ਰਹੇ। ਇਹ ਵੀ 1999 ਦਾ, ਇਹ ਵੀ ਤੁਹਾਨੂੰ ਸੇਮ ਗਿਲਸ ਮੈਂਟੋਰ ਐਪ ਤੇ ਮਿਲ ਜਾਏਗਾ। ਉਸ ਤੋਂ ਇਲਾਵਾ ਸਾਡਾ ਜੀਕੇ ਮਾਂ ਪੈਕ, ਮੰਨ ਲਓ ਕਿ ਤੁਹਾਡੇ ਹੁਣ 10 ਦਿਨ ਹੈ, ਤੁਹਾਨੂੰ ਲਗਭਗ ਇੱਕ ਦਿਨ 'ਚ 700 ਤੋਂ 800 MCQ ਪ੍ਰੈਕਟਿਸ ਕਰਨੀ ਚਾਹੀਦੀ ਹੈ, ਠੀਕ ਹੈ। ਅੱਛੇ MCQ ਦੀ ਪ੍ਰੈਕਟਿਸ ਕਰਨੀ ਹੈ ਤਾਂ ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ, ਸਾਡਾ ਜੀਕੇ ਮਾਂ ਪੈਕ ਲੈ ਸਕਦੇ ਹੋ। ਇਸ ਵਿੱਚ ਲਗਭਗ ਅਸੀਂ 20,000 MCQ ਕਵਰ ਕੀਤੇ ਨੇ। 20,000 MCQ ਲਗਭਗ ਅਸੀਂ ਟੌਪਿਕ ਵਾਈਜ਼ ਕਵਰ ਕੀਤੇ ਨੇ। ਐਸਾ ਨਹੀਂ ਹੈ ਤੁਹਾਨੂੰ ਮਤਲਬ ਸਾਰੇ ਮਿਕਸ ਮਿਲ ਜਾਣਗੇ, ਟੌਪਿਕ ਵਾਈਜ਼ ਮਿਲ ਜਾਣਗੇ। ਜਿਵੇਂ ਹਰੇਕ ਪੋਲਿਟੀ ਦੇ ਅਲੱਗ ਹੋ ਗਏ ਹੈ ਨਾ, ਸਾਇੰਸ ਦੇ ਅਲੱਗ ਹੋ ਗਏ, ਹਿਸਟਰੀ ਦੇ ਅਲੱਗ ਹੋ ਗਏ, ਜੋਗ੍ਰਾਫੀ ਦੇ ਅਲੱਗ ਹੋ ਗਏ। ਇਸ ਵਿੱਚ PPSC, PSSP, SSC, NTPC, SI ਸਾਰੇ ਐਗਜ਼ਾਮਸ ਕਵਰ ਕੀਤੇ ਗਏ ਨੇ। ਹੁਣ ਚਾਹੁੰਦੇ ਹੋ ਕਿ ਸਰ ਬਹੁਤ ਅਲੱਗ ਪ੍ਰਾਈਸ ਹੈ ਇਹਨਾਂ ਦੇ, ਸਾਨੂੰ ਕੋਈ ਐਸਾ ਸੋਲੂਸ਼ਨ ਦਿਓ ਜਿਸ ਵਿੱਚ ਆਪਾਂ ਇਹਨਾਂ ਸਾਰਿਆਂ ਦੀ ਤਿਆਰੀ ਕਰ ਸਕੀਏ। ਤਾਂ ਇਸ ਦੇ ਲਈ ਤੁਹਾਨੂੰ ਅਸੀਂ ਆਲਰੇਡੀ ਸਾਡਾ ਆਫਰ ਚੱਲ ਰਿਹਾ, ਤੁਸੀਂ ਆਫਰ ਪੜ੍ਹ ਵੀ ਲਿਆ ਹੋਣਾ, ਪਿਛਲੇ ਕਾਫੀ ਦਿਨਾਂ ਤੋਂ ਅਸੀਂ ਆਫਰ ਚਲਾਇਆ ਹੋਇਆ ਕੋਂਬੋ ਪੈਕ ਦਾ, ਠੀਕ ਹੈ। ਕੋਂਬੋ ਪੈਕ ਕੀ ਹੈ ਕਿ ਤੁਹਾਨੂੰ ਇਹ ਸਾਰੇ ਦੇ ਸਾਰੇ ਕੋਰਸਿਸ, ਪੰਜਾਬ ਪੁਲਿਸ, ਐਕਸਾਈਜ਼, ਕੋਆਪਰੇਟਿਵ,
है ना। ये सारे दे उस तो इलावा ਜਿਹੜੇ ਆਉਣ ਵਾਲੇ ਜਿੰਨੇ ਵੀ ਐਗਜ਼ਾਮਸ ਹੈ ਨਾ, ਆਪਣੇ 26000 ਜਿਹੜੀਆਂ ਵੈਕੈਂਸੀਜ਼ ਆਊਟ ਹੋਈਆਂ ਉਹਨਾਂ ਦੇ ਜਿੰਨੇ ਵੀ ਐਗਜ਼ਾਮਸ ਹੈ ਉਹ ਅਸੀਂ ਸਾਰੇ ਇਸ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ। ਡਨ। ਤਾਂ ਸਾਰੇ ਦੇ ਸਾਰੇ ਕੋਰਸਿਸ ਤੁਹਾਨੂੰ ਇਸ ਕੰਬੋ ਪੈਕ 'ਚ ਮਿਲ ਜਾਣਗੇ। ਇਹਦਾ ਪ੍ਰਾਈਸ ਓਰੀਜਨਲ 6999 ਹੈ। ਮੈਂ ਤੁਹਾਨੂੰ 15 ਮਈ ਤੱਕ, ਮੈਂ ਫੇਰ ਕਹਿ ਦਵਾਂ 15 ਮਈ ਤੱਕ ਤੁਹਾਨੂੰ ਸਿਰਫ ਇਹ 2000 ਦਾ ਮਿਲ ਜਾਏਗਾ, ਯਾਨੀ ਕਿ 1999 ਦਾ ਤੁਹਾਨੂੰ ਇਹ ਜਿਹੜਾ ਕੋਰਸ ਹੈ ਮਿਲ ਜਾਏਗਾ। ਕੰਬੋ ਪੈਕ ਹੈ ਤੇ ਇਹ ਸਭ ਤੋਂ ਵੱਡਾ ਐਡਵਾਂਟੇਜ ਕੀ ਹੈ ਕਿ ਅਗਲਾ 1 ਸਾਲ ਤੁਹਾਡੇ ਲਈ ਫ੍ਰੀ ਹੋ ਗਿਆ। ਤੁਹਾਨੂੰ ਕੋਈ ਵੀ ਚਾਰजेस ਜਿਹੜੇ ਆ ਉਹ ਪੇ ਨਹੀਂ ਕਰਨੇ ਪੈਣਗੇ, ਕੋਈ ਵੀ ਚਾਰजेस ਜਿਹੜੇ ਆ ਪੇ ਨਹੀਂ ਕਰਨੇ ਪੈਣਗੇ। ਇਹ ਵੀ ਤੁਹਾਨੂੰ ਕੰਬੋ ਪੈਕ ਗਿਲਸ ਮੈਂਟੋਰ ਐਪ ਤੇ ਮਿਲੇਗਾ। ਗਿਲਸ ਮੈਂਟੋਰ ਐਪ ਤੇ ਮਿਲੇਗਾ। ਐਪ ਤੁਸੀਂ ਐਂਡਰੋਇਡ ਫੋਨ ਤੋਂ ਜੇ ਯੂਜ਼ ਕਰਦੇ ਹੋ ਤਾਂ ਤੁਸੀਂ ਪਲੇ ਸਟੋਰ ਤੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ। ਸਟੋਰ ਆਪਸ਼ਨ ਵਿੱਚ ਜਾ ਕੇ ਪਹਿਲਾ ਜਿਹੜਾ ਬੈਚ ਦਿਖ ਰਿਹਾ ਹੋਏਗਾ 1999 ਦਾ ਤੁਸੀਂ ਲੈ ਸਕਦੇ ਹੋ। ਡਨ। ਮੈਂ ਫੇਰ ਕਹਿ ਦਵਾਂ ਇਹ ਬਹੁਤ ਵੱਡਾ ਐਡਵਾਂਟੇਜ ਹੈ ਤੁਹਾਡੇ ਲਈ। ਮਿਨੀਮਮ ਅਮਾਊਂਟ ਤੇ ਮੈਕਸਿਮਮ ਬੈਨੀਫਿਟ ਹੋ ਸਕਦਾ ਹੈ। 15 ਮਈ ਤੋਂ ਪਹਿਲੇ ਤੁਸੀਂ ਦੀ ਤਿਆਰੀ ਕਰ ਲਓ। ਲਗਭਗ 6 ਦਿਨ ਰਹਿ ਗਏ ਨੇ ਇਸ ਆਫਰ ਨੂੰ। ਉਸ ਤੋਂ ਬਾਅਦ ਅਸੀਂ ਇੰਡੀਵਿਜੂਅਲ ਕੋਰਸਿਸ ਦੀ ਮਤਲਬ ਅੱਗੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਜੇ ਤੁਸੀਂ ਸਾਰੇ ਇੰਡੀਵਿਜੂਅਲ ਕੋਰਸਿਸ ਨੂੰ ਇੱਕੋ ਹੀ ਪੈਕ 'ਚ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ। ਡਨ। 1999 ਦਾ ਮਿਲ ਰਿਹਾ, ਬਿਗੇਸਟ ਆਫਰ ਹੈ ਤਾਂ ਤੁਸੀਂ ਲੈ ਸਕਦੇ ਹੋ। ਚਲੋ ਹੁਣ ਆਪਾਂ ਆਪਣੇ ਇੰਡੈਕਸਿਸ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਇੰਡੈਕਸ ਹੈ ਉਹ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂ ਕਿ ਇੰਡੈਕਸਿਸ ਨੂੰ ਪੜ੍ਹਨਾ ਕਿਸ ਤਰੀਕੇ ਨਾਲ ਹੈ। ਦੇਖੋ ਕੋਈ ਵੀ ਇੰਡੈਕਸ, ਕੋਈ ਵੀ ਰਿਪੋਰਟ ਵਿੱਚ ਪਹਿਲੀ ਚੀਜ਼ ਇੰਪੋਰਟੈਂਟ ਹੋ ਜਾਉਂਦੀ ਕਿ ਉਹ ਕਿਸ ਆਰਗੇਨਾਈਜੇਸ਼ਨ ਵੱਲੋਂ ਰਿਲੀਜ਼ ਹੋ ਰਹੀ ਹੈ। ਡਨ। ਠੀਕ ਹੈ, ਇਹ ਚੀਜ਼ ਇੰਪੋਰਟੈਂਟ ਹੈ। ਦੂਜੀ ਚੀਜ਼ ਇੰਪੋਰਟੈਂਟ ਹੈ ਉਸ ਆਰਗੇਨਾਈਜੇਸ਼ਨ ਦੇ ਹੈੱਡਕੁਆਟਰ ਕਿੱਥੇ ਨੇ। ਡਨ। ਇਹ ਇੱਕ ਯਾਦ ਕਰਨਾ ਤੁਹਾਨੂੰ, ਰਿਪੋਰਟ ਦੀ ਆਰਗੇਨਾਈਜੇਸ਼ਨ ਤੇ ਉਹਦੇ ਹੈੱਡਕੁਆਟਰ। ਡਨ। ਦੂਜੀ ਗੱਲ, ਕੁਝ ਰਿਪੋਰਟਸ ਵਿੱਚ ਰੈਂਕਿੰਗ ਦਿੱਤੀ ਹੁੰਦੀ ਹੈ, ਕੁਝ ਰਿਪੋਰਟਸ ਵਿੱਚ ਰੈਂਕਿੰਗ ਨਹੀਂ ਦਿੱਤੀ ਹੁੰਦੀ, ਹੈ ਨਾ। ਤੇ ਇਸ ਮੰਨ ਲਓ ਕਿ ਜਿਵੇਂ ਗਲੋਬਲ ਰਿਸਕ ਰਿਪੋਰਟ ਵਿੱਚ ਕੋਈ ਰੈਂਕਿੰਗ ਨਹੀਂ ਦਿੱਤੀ, ਸਿਰਫ ਇਹਨਾਂ ਨੇ ਐਨਾਲਾਈਜ਼ ਕੀਤਾ ਤਾਂ ਇਸ ਵਿੱਚ ਤੁਸੀਂ ਉਸ ਪਾਰਟਿਕੂਲਰ ਆਰਗੇਨਾਈਜੇਸ਼ਨ ਦਾ ਨਾਮ ਜਿਸ ਨੇ ਰਿਲੀਜ਼ ਕੀਤਾ ਤੇ ਉਸਦੇ ਹੈੱਡਕੁਆਟਰ ਕਿੱਥੇ ਨੇ ਤੇ ਉਹ ਫਾਊਂਡ ਕਦੋਂ ਹੋਇਆ ਸੀ, ਬਸ ਇੰਨਾ ਕੁ ਯਾਦ ਕਰਨਾ ਇਸ ਵਿੱਚ। ਸਮਝ ਰਹੇ ਹੋ। ਹੁਣ ਮੰਨ ਗੱਲ ਦੂਜੀ ਕੰਡੀਸ਼ਨ ਆ ਜਾਂਦੀ ਹੈ ਕਿ ਰੈਂਕਿੰਗ। ਉਹੀ ਰਿਪੋਰਟ ਉਹਦੀ ਰੈਂਕਿੰਗ ਦੇਖ ਲਓ। ਠੀਕ ਹੈ, ਉਸ ਵਿੱਚ ਇੰਡੀਆ ਦੀ ਕੀ ਰੈਂਕਿੰਗ ਹੈ ਤੇ ਟੌਪ ਤੇ ਕੌਣ ਹੈ। ਦੈਨ ਇਹ ਦੋ ਚੀਜ਼ਾਂ ਪਲੱਸ ਕਿਸ ਆਰਗੇਨਾਈਜੇਸ਼ਨ ਰਿਲੀਜ਼ ਕੀਤੀ, ਬਾਕੀ ਸੇਮ ਰਹੇਗਾ। ਹੈੱਡਕੁਆਟਰ ਕਿੱਥੇ ਨੇ, ਦੈਨ ਫਾਊਂਡ ਕਦੋਂ ਹੋਇਆ ਸੀ, ਬਸ। ਪੰਜੀ। ਇਸ ਤੋਂ ਇਲਾਵਾ ਹੋਰ ਕੁਝ ਪੜ੍ਹਨ ਦੀ ਲੋੜ ਨਹੀਂ ਹੈ। ਬਹੁਤ ਸਾਰਾ ਕੁਝ ਦਿੱਤਾ ਹੋਏਗਾ ਮਗਰ ਤੁਹਾਨੂੰ ਕੁਝ ਨਹੀਂ ਪੜ੍ਹਨਾ। ਮੈਂ ਤੁਹਾਨੂੰ ਸਮਝਾਉਣ ਲਈ ਕੁਝ ਚੀਜ਼ਾਂ ਇਲੈਬੋਰੇਟ ਵੀ ਕਰਾਂਗਾ, ਬਟ ਇਸ ਵਿੱਚ ਆਪਣੇ ਜਿੰਨਾ ਮੈਂ ਸਮਝਾ ਰਿਹਾ ਉਸ ਵਿੱਚੋਂ ਤੁਹਾਨੂੰ ਮੈਂ ਪਹਿਲੀ ਹੈਡਲਾਈਨ 'ਚ ਦੱਸਦਾ ਕਿ ਤੁਹਾਨੂੰ ਕੀ ਚੀਜ਼ਾਂ ਯਾਦ ਰੱਖਣੀਆਂ ਨੇ। ਇਹ ਚੀਜ਼ ਤੁਸੀਂ ਪੱਲੇ ਮੰਨ ਲੈਣਾ, ਨੋਟਸ ਤੇ ਲਿਖ ਲਓ ਤੁਸੀਂ ਕਿਸ ਤਰੀਕੇ ਨਾਲ ਇਹਨੂੰ ਯਾਦ ਕਰਨਾ ਹੈ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ, ਮੈਂ ਫੋਟੋਸ ਨਾਲ ਲਗਾਈਆਂ ਨੇ ਤਾਂ ਕਿ ਤੁਹਾਨੂੰ ਯਾਦ ਰਹੇ। ਗਲੋਬਲ ਰਿਸਕ ਰਿਪੋਰਟ ਸਭ ਤੋਂ ਪਹਿਲੀ ਰਿਪੋਰਟ ਹੈ 2022 ਦੀ ਜਿਹੜੀ ਰਿਲੀਜ਼ ਹੋਈ ਹੈ। ਇਸ ਨੂੰ ਰਿਲੀਜ਼ ਕਰਨ ਵਾਲੀ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਹੈਗੀ ਵਰਲਡ ਇਕਨੋਮਿਕ ਫੋਰਮ। ਕਿਹੜੀ? ਵਰਲਡ ਇਕਨੋਮਿਕ ਫੋਰਮ। ਵਰਲਡ ਇਕਨੋਮਿਕ ਫੋਰਮ ਨੇ ਇਸ ਨੂੰ ਰਿਲੀਜ਼ ਕੀਤਾ ਤੇ ਇਸ ਵਿੱਚ ਗਲੋਬਲ ਰਿਸਕ ਰਿਪੋਰਟ ਵਿੱਚ ਜੇ ਆਪਾਂ ਸਮਝਣਾ ਚਾਹੀਏ ਇਸ ਵਿੱਚ ਕਰਦਾ ਕੀ ਹੈ ਕਿ ਇਹ ਦੇਖਦਾ ਹੈ ਕਿ ਸਾਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰੇਗਾ ਕਿ ਗਲੋਬਲੀ, ਹੈ ਨਾ, ਪੂਰੇ ਵਰਲਡ ਵਿੱਚ ਕਿਹੜੇ ਰਿਸਕਸ ਨੇ। ਅਲੱਗ-ਅਲੱਗ ਪੈਰਾਮੀਟਰ ਤੇ ਮਤਲਬ ਉਸ ਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰੇਗਾ ਕਿ ਇਕਨੋਮਿਕਲੀ ਕਿਹੜੇ ਰਿਸਕ ਨੇ, ਹੈ ਨਾ, এনवायरमेंटਲੀ ਕਿਹੜੇ ਰਿਸਕ ਨੇ, ਆਉਣ ਵਾਲੇ ਫਿਊਚਰ ਵਿੱਚ ਸਾਨੂੰ এনवायरमेंट ਦੇ ਤੌਰ ਤੇ ਕੀ ਰਿਸਕ ਦੇਖਣ ਨੂੰ ਮਿਲ ਸਕਦਾ ਹੈ ਨਾ। ਅਸੀਂ ਆਪਣੀ ਇਕਨੋਮੀ ਐਕਟੀਵਿਟੀ ਲਈ ਜੋ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਦੇ ਨਾਲ ਕਿਆ এনवायरमेंट ਉੱਪਰ ਕਿਆ ਫਰਕ ਪਏਗਾ ਤੇ ਇਕਨੋਮਿਕਲੀ ਆਪਣੀ ਕੰਟਰੀਜ਼ ਕਿੱਥੇ ਖੜੀਆਂ ਨੇ, ਸਾਡੀ ਕੰਟਰੀ ਕਿਹੜੀ ਅੱਛਾ ਪਰਫਾਰਮ ਕਰੇਗੀ ਜਾਂ ਕਿੰਨਾ ਰਿਸਕ ਹੋਰ ਹੋ ਸਕਦਾ ਹੈ। ਉਸ ਤੋਂ ਇਲਾਵਾ ਟੈਕਨੋਲੋਜੀਕਲ ਬੇਸ ਤੇ ਸਾਈਬਰ ਕ੍ਰਾਈਮ ਜਿਵੇਂ ਵਧਦਾ ਜਾ ਰਿਹਾ ਉਸ ਬੇਸ ਤੇ ਹੋਰ ਰਿਸਕ ਕਿੰਨਾ ਹੋ ਸਕਦਾ ਹੈ, ਇਸ ਦੇ ਬਾਰੇ ਐਨਾਲਾਈਜ਼ ਕਰਦੀ ਹੈ। ਜਿਓਪੋਲਿਟੀਕਲ ਬੇਸ ਤੇ ਐਨਾਲਾਈਜ਼ ਕਰਨ ਦਾ ਕੰਮ ਵੀ ਇਹ ਰਿਪੋਰਟ ਕਰਦੀ ਹੈ। ਇਸ ਵਿੱਚ ਪ੍ਰੋਪਰ ਮੇਨਟੇਨ ਕਰਕੇ ਦੱਸਦੀ ਹੈ ਕਿ ਕਿਹੜੇ ਰਿਸਕ ਆਉਣ ਵਾਲੇ ਟਾਈਮ 'ਚ ਹੋ ਸਕਦੇ ਆ ਤੇ ਕੁਝ ਚੀਜ਼ਾਂ ਰਿਕਮੈਂਡੇਸ਼ਨਸ ਵੀ ਦਿੰਦੀ ਹੈ ਕਿ ਤੁਸੀਂ ਇਸ ਤਰੀਕੇ ਨਾਲ ਇਹਨਾਂ ਰਿਸਕ ਤੋਂ ਤੁਸੀਂ ਟੈਕਲ ਕਰ ਸਕਦੇ ਹੋ। ਡਨ। ਓਕੇ। ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਇਸ ਵਿੱਚ ਜਿਹੜੇ ਮਤਲਬ ਵਰਲਡ ਲੀਡਰਸ ਨੇ, ਜਿਹੜੇ ਰਿਸਕ ਐਕਸਪਰਟਸ ਨੇ, ਉਹ ਇਸ ਵਿੱਚ ਆਪਣੀ ਮੇਨ ਭੂਮਿਕਾ ਨਿਭਾਉਂਦੇ ਨੇ। ਉਹ ਪ੍ਰੋਪਰ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਇਸ ਰਿਪੋਰਟ ਵਿੱਚ ਆਪਣੀਆਂ ਸਾਰੀ ਕੰਟਰੀਬਿਊਸ਼ਨਸ ਇਸ ਵਿੱਚ ਇਨਕਲੂਡ ਕਰਕੇ ਹਰ ਇੱਕ ਸਾਲ ਰਿਲੀਜ਼ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਵਰਲਡ ਇਕਨੋਮਿਕ ਫੋਰਮ ਵੱਲੋਂ। ਇਹ ਤੁਸੀਂ ਯਾਦ ਰੱਖ ਲੈਣਾ। ਡਨ। ਹੁਣ ਵਰਲਡ ਇਕਨੋਮਿਕ ਫੋਰਮ ਮੈਂ ਆ ਗਈ ਨਾ ਦੂਜੀ ਗੱਲ ਕਿ ਵਰਲਡ ਇਕਨੋਮਿਕ ਫੋਰਮ ਪਹਿਲੇ ਰਿਪੋਰਟ ਬਾਰੇ ਜਾਣ ਲਿਆ, ਕਿਸ ਨੇ ਰਿਲੀਜ਼ ਕੀਤੀ, ਵਰਲਡ ਇਕਨੋਮਿਕ ਫੋਰਮ। ਹੁਣ ਉਸ ਰਿਪੋਰਟ ਦਾ ਇਹ ਕਿੱਥੇ ਬੇਸ ਹੈ, ਇਹ ਹੈਗਾ ਇਹਦਾ ਹੈੱਡਕੁਆਟਰ ਜਨੀਵਾ ਸਵਿਟਜ਼ਰਲੈਂਡ। ਠੀਕ ਹੈ, ਜਨੀਵਾ ਸਵਿਟਜ਼ਰਲੈਂਡ। ਇਹ ਤੁਸੀਂ ਧਿਆਨ 'ਚ ਰੱਖਣਾ। ਇਹ ਹੈੱਡਕੁਆਟਰ ਕਿੱਥੇ ਨੇ, ਜਨੀਵਾ ਸਵਿਟਜ਼ਰਲੈਂਡ। ਇੱਕ ਨॉन ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਤੁਸੀਂ ਧਿਆਨ 'ਚ ਰੱਖਣਾ। ਨॉन ਪ੍ਰੋਫਿਟ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ। ਇਹ ਫਾਊਂਡ ਕਦੋਂ ਹੋਈ ਸੀ, 1971। ਇਹ ਤੁਸੀਂ ਬਸ ਇੰਨਾ ਕੁ ਯਾਦ ਰੱਖਣਾ, ਇਸ ਤੋਂ ਜ਼ਿਆਦਾ ਯਾਦ ਨਹੀਂ ਰੱਖਣਾ। ਸੋ ਗਲੋਬਲ ਰਿਸਕ ਰਿਪੋਰਟ ਜਿਸ ਨੂੰ ਆਪਾਂ ਅਲੱਗ-ਅਲੱਗ ਐਲੀਮੈਂਟਸ ਤੇ ਆਪਾਂ ਮਤਲਬ ਅਲੱਗ-ਅਲੱਗ ਕੈਟਾਗਰੀਜ਼ ਨੂੰ ਆਪਾਂ ਐਗਜ਼ਾਮਿਨ ਕਰਦੇ ਹਾਂ, ਇਕਨੋਮਿਕਲੀ, এনवायरमेंटली, ਜਿਓਪੋਲਿਟਿਕਲੀ, ਸੋਸਾਈਟਲ ਤੇ ਟੈਕਨੋਲੋਜੀਕਲ ਬੇਸ ਤੇ ਇਸ ਨੂੰ ਰਿਲੀਜ਼ ਕਰਨ ਵਾਲੀ ਕੌਣ ਹੈ, ਵਰਲਡ ਇਕਨੋਮਿਕ ਫੋਰਮ ਹੈ ਤੇ ਇਸ ਦੇ ਹੈੱਡਕੁਆਟਰ ਕਿੱਥੇ ਨੇ, ਜਨੀਵਾ ਸਵਿਟਜ਼ਰਲੈਂਡ ਤੇ ਕਦੋਂ ਫਾਊਂਡ ਹੋਈ ਸੀ, 1971। ਡਨ। ਚਲੋ
ਹੁਣ ਗੱਲ ਕਰ ਲੈਂਦੇ ਹਾਂ। ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਮੈਂ ਰਿਪੋਰਟਸ ਤੇ ਇੰਡੈਕਸਿਸ, ਤਾਂ ਉਸ ਵਿੱਚ ਤੁਸੀਂ ਨੈਸ਼ਨਲ ਵੀ ਲਗਾ ਲਿਓ, ਆਪਣੇ ਇੰਡੀਆ ਦੀ ਵੀ ਇੰਡੈਕਸਿਸ ਤੇ ਇੰਟਰਨੈਸ਼ਨਲ ਵੀ, ਦੋਨਾਂ ਨੂੰ ਮਿਕਸ ਕਰਕੇ ਚੱਲ ਰਹੇ, ਅਲੱਗ-ਅਲੱਗ ਨਹੀਂ ਕਰਾਂਗਾ ਮੈਂ। ਤਾਂ ਇਹ ਬੜੀ ਇੰਪੋਰਟੈਂਟ ਰਿਪੋਰਟ ਹੋ ਜਾਂਦੀ ਹੈ, ਇੰਡੀਆ ਸਟੇਟ ਆਫ ਫੋਰੈਸਟ ਰਿਪੋਰਟ। ਹਰੇਕ 2 ਸਾਲਾਂ ਵਿੱਚ ਇਹ ਰਿਪੋਰਟ ਨਿਕਲ ਕੇ ਸਾਹਮਣੇ ਆਉਂਦੀ, ਜਿਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਸਾਡੇ ਭਾਰਤ ਵਿੱਚ ਫੋਰੈਸਟ ਜਿਹੜਾ ਕਵਰ ਹੈ ਉਹਦੇ ਬਾਰੇ ਐਨਾਲਾਈਜ਼ ਕਰਕੇ ਦੱਸਿਆ ਜਾਂਦਾ ਕਿ ਸਟੇਟ ਵਾਈਜ਼ ਕਿਸ ਕੋਲ ਜ਼ਿਆਦਾ ਫੋਰੈਸਟ ਕਵਰ ਹੈ, ਏਰੀਆ ਵਾਈਜ਼, ਪਰਸੈਂਟੇਜ ਵਾਈਜ਼, ਤੇ ਓਵਰਆਲ ਕਿੰਨਾ ਪਰਸੈਂਟੇਜ ਵਧਿਆ ਜਾਂ ਘਟਿਆ, ਇਸ ਦੇ ਬਾਰੇ ਜਾਣਨਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਮਤਲਬ ਗਵਰਨਮੈਂਟ ਪਾਲਿਸੀ ਵਿੱਚ, ਆਪਣੀ ਪਾਲਿਸੀ ਵਿੱਚ ਜੋ ਚੇਂਜਸ ਲਿਆਣੀ ਹੈ ਉਹਦੇ ਲਈ ਇਹ ਰਿਪੋਰਟ ਬੜੀ ਹੈਲਪਫੁਲ ਹੁੰਦੀ ਹੈ। एक तो एक मतलब उस बेस से हो गया। स्टूडेंट को क्यों इंपॉर्टेंट है क्योंकि ये 2 साल बाद आती है तो अपडेट होंगी है, तो ये क्वेश्चन बहुत ज़्यादा बन जाते हैं। कोई एरिया वाइज क्वेश्चन थोड़े तो पूछ लिया जाएगा, कोई परसेंटेज वाइज क्वेश्चन पूछ लिया जाएगा कि परसेंटेज वाइज कि स्टेट अगे है फॉरेस्ट मतलब नूं लैके, है ना। तो ये रिपोर्ट कौन रिलीज करता है? यूनियन मिनिस्ट्री ऑफ एनवायरमेंट फॉरेस्ट एंड क्लाइमेट चेंज, ठीक है। यूनियन मिनिस्ट्री ऑफ एनवायरमेंट फॉरेस्ट एंड क्लाइमेट चेंज जी है वो इनू रिलीज कर दिया, ध्यान में रखना, वो इनू रिलीज कर दिया, ध्यान च रख सकते हो, ठीक है जी। तो इस रिपोर्ट विच जे आपां देखिए, इस रिपोर्ट विच जे आपां देखिए तो इस विच आपां ट्री कवर दे आपां हिसाब लगाइए तो हरेक 2 साल विच प्रॉपर एनालाइज करके दस दिता जाता है कि कितना फॉरेस्ट कवर वधेगा। जिहड़ा फर्स्ट सर्वे दा आया सी वो भी याद रखना 1987 विच आया सी, ठीक है, 1987 विच आया सी। ते इस बार का जो 2021 का जो पिछले साल रिलीज होया वो किनवें 17वें, तुसीं ध्यान च रख सकते हो। हुण इस रिपोर्ट की जो फाइंडिंग्स निकल के आई हैं वो बहुत इंपॉर्टेंट है। जे आप ओवरऑल देखिए तो 1540 स्क्वेयर किलोमीटर, ध्यान च रखियो 1540 स्क्वेयर किलोमीटर पिछले 2 साल विच इन्ना स्क्वेयर एडिशनल कवर ऐड होया है। पूरे ट्री कवर ते फॉरेस्ट कवर नूं मिला के, ट्री कवर ते फॉरेस्ट कवर नूं मिला के जे एरिया ऐड होया वो कितना होया टोटल पूरे ऑल ओवर इंडिया विच 1540 स्क्वेयर किलोमीटर, तुसीं ध्यान विच रख सकते हो। इंडिया का हुण लगभग फॉरेस्ट कवर कितना है जे आपां देखना चाहिए 7,13,789 स्क्वेयर किलोमीटर जिहड़ा टोटल ऐड होया है। तो परसेंटेज वाइज देखिए तो परसेंटेज वाइज कितना इंक्रीज होया 2019 कितना सी 21.67% फॉरेस्ट कवर, ठीक है, तो हुण कितना 21.71%, ठीक है, इन्ना इंक्रीज कर गया। ये तुसीं फिगरां जिहड़ियां वो याद रखणियां ने। डन हुण आपां स्टेट वाइज देख लैंदे हां किन्ना इंक्रीज होया किन्ना डिक्रीज होया। जे पिछले 2 सालां विच जिथे फॉरेस्ट कवर वधिया है वो हैगा सब तो फर्स्ट नंबर तेलंगाना विच 3%, 3.7%, दूजे नंबर ते आंध्र प्रदेश, मतलब फॉरेस्ट इंक्रीज होया, फॉरेस्ट कवर इंक्रीज का अलग डाटा निकलता है, ठीक है। ओवरऑल फॉरेस्ट कितना आया एरिया वाइज वो अलग डाटा निकलता है। इंक्रीज मतलब कि पिछले 2 साल के कंपैरिजन च कितना होया। तीजे नंबर पर आता उड़ीसा। जे मैं नॉर्थ ईस्ट स्टेट्स देखा तो सब तो पहले नंबर पर हिमाचल प्रदेश, ठीक है, दूजे नंबर पर मणिपुर, तीजे नंबर पर मेघालय, चौथे नंबर पर मिजोरम, पंजवें नंबर पर नागालैंड, तुसीं ध्यान में रख सकते हो। स्टेट ते हाईएस्ट फॉरेस्ट कवर है। हुण गल कर लेंगे कि किस कोल इस टाइम ते किहड़े स्टेट कोल हाईएस्ट फॉरेस्ट कवर है, ओवरऑल फॉरेस्ट कवर हाईएस्ट किस कोल है। हुण इसनूं भी आपां 2 कैटेगरी च वंड सकते हैं, एक एरिया वाइज, एक आप परसेंटेज वाइज। एरिया वाइज देखिए तो पहले नंबर पर आ गया मध्य प्रदेश, कि मध्य प्रदेश को एरिया वाइज परसेंटेज कवर ज़्यादा है, ठीक है, लार्जेस्ट फॉरेस्ट कवर है, ठीक है। दूजे नंबर पर आ जाता है अरुणाचल प्रदेश, ठीक है, तीजे नंबर पर आ जाता छत्तीसगढ़, फोर्थ नंबर पर आ जाता उड़ीसा, पंजवें नंबर पर आ जाता महाराष्ट्र। तुसीं ध्यान में रख सकते हो। तो परसेंटेज वाइज किस को ज़्यादा है, जो 5 स्टेट्स का नाम लीए, परसेंटेज वाइज किस को ज़्यादा है, मिजोरम फर्स्ट नंबर पर है, सैकेंड नंबर पर अरुणाचल प्रदेश है, थर्ड नंबर पर मेघालय है, फोर्थ नंबर पर मणिपुर है, फिफ्थ नंबर पर नागालैंड है। तुसीं ध्यान में रख सकते हो। डन, चलो उस तो इलावा हुण नैक्सट रिपोर्ट देखते हैं आपां। ये अपनी रिपोर्ट हैगी वर्ल्ड इंप्लॉयमेंट एंड सोशल आउटलुक रिपोर्ट, ठीक है, वर्ल्ड इंप्लॉयमेंट सोशल आउटलुक ट्रेंड्स रिपोर्ट। इस विच साडे जिहड़े मतलब कि इंप्लॉयमेंट नूं लैके अलग अलग कंट्रीज की जे आपां देखिए इंप्लॉयमेंट बेस देखिए उसनूं एनालाइज करने का काम करता है। तो ये दिखाने की कोशिश करता है कि ट्रेंड्स दसदा है कि कंट्री विच पर्टिकुलर कंट्री विच इंप्लॉयमेंट नूं लैके कितना कम हो रहा है, किन्ने इंक्रीज हुई है इंप्लॉयमेंट, तो क्या क्या रिस्क है इंप्लॉयमेंट का, तो ओवरऑल सोशली भी बेस विच कनैक्ट करके दसण की कोशिश करेगा कि इस रिपोर्ट में अलग अलग कंट्रीज की कर रहे हो, ओवरऑल ट्रेंड दसण की भी कोशिश करेगा कि एक पॉजिटिव ट्रेंड है या नैगेटिव ट्रेंड है। डन, इस रिपोर्ट को कौन रिलीज करता है, ILO कौन है, इंटरनेशनल लेबर ऑर्गेनाइजेशन, इंटरनेशनल लेबर ऑर्गेनाइजेशन, माफी चाहांगा, इंटरनेशनल लेबर ऑर्गेनाइजेशन, तुसीं ध्यान में रख सकते हो, ठीक है जी। तो ये इंटरनेशनल लेबर ऑर्गेनाइजेशन कदों निकल के सामने आई सी 1919 में। डन, जदों वर्ल्ड वॉर 1 एंड हुई उदों एक ट्रीटी हुई सी वर्सलिस
ठीक है। उस ट्रीटी तो निकल के सामने आया कि सानू अपने मतलब एम्पलॉयज़ बारे, सानू अपने एक यूनीवर्सल पीस ਲਈ, सानू एक जस्टिस ਲਈ एक ऐसी ऑर्गेनाइजेशन होनी चाहिए है कि एक इंपलॉयज़ की जस्टिस हो सके, ठीक है, ਜਿਹੜੇ ਲੇਬਰ ਪਾਰਟ ਹੈ ਉਹਨਾਂ ਦੀ ਜਸਟਿਸ ਹੋ ਸਕੇ, ਉਹਨਾਂ ਨੂੰ ਪ੍ਰਤਾੜਿਤ ਨਾ ਕੀਤਾ ਜਾਵੇ, ਕਿਉਂਕਿ ਉਸ ਵਕਤ ਬਹੁਤ ਪ੍ਰਤਾੜਿਤ ਕੀਤਾ ਗਿਆ ਸੀ, ਤਾਂ ਉਸ ਲਈ ਆਰਗੇਨਾਈਜੇਸ਼ਨ ਬਣਾਈ ਗਈ ਸੀ। ਡਨ। ਤੇ 1946 ਵਿੱਚ ਆਉਂਦੇ ਆਉਂਦੇ ਇਹ ਯੂਨਾਈਟਿਡ ਨੇਸ਼ਨ ਦੀ ਸਪੈਸ਼ਲ ਏਜੰਸੀ ਬਣ ਗਈ। ਪਹਿਲੇ ਨਹੀਂ ਸੀ, ਮਗਰ ਬਾਅਦ ਵਿੱਚ ਯੂਨਾਈਟਿਡ ਨੇਸ਼ਨ ਦੀ ਸਪੈਸ਼ਲ ਏਜੰਸੀ ਬਣ ਗਈ। ਤੇ ਟਰੀ ਪਾਰਟੀ ਆਰਗੇਨਾਈਜੇਸ਼ਨ ਹੈ, ਇਸ ਵਿੱਚ ਇੰਪਲੋਇਰ ਵੀ ਹੁੰਦੇ ਨੇ, ਇੰਪਲੋਈ ਵੀ ਹੁੰਦਾ ਤੇ ਗਵਰਨਮੈਂਟ ਵੱਲੋਂ ਵੀ ਰਿਪਰੈਜ਼ੈਂਟੇਟਿਵ ਦੇਖਣ ਨੂੰ ਮਿਲ ਜਾਂਦੇ ਨੇ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਡਨ। ਇੰਡੀਆ ਇਜ਼ ਦਾ ਫਾਊਂਡਿੰਗ ਮੈਂਬਰ ਹੈ। ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਇਹ ਬਣਿਆ ਸੀ, ਇੰਡੀਆ ਇਜ਼ ਦਾ ਫਾਊਂਡਿੰਗ ਮੈਂਬਰ ਨਿਕਲ ਕੇ ਸਾਹਮਣੇ ਆਉਂਦਾ ਹੈ। ਉਸ ਤੋਂ ਇਲਾਵਾ ਅੱਗੇ ਦੇਖੋ, ਅਗਲੀ ਰਿਪੋਰਟ ਹੈ ਆਪਣੀ ਕਰਪਸ਼ਨ ਪਰਸੈਪਸ਼ਨ ਇੰਡੈਕਸ, CPI, ਕਰਪਸ਼ਨ ਪਰਸੈਪਸ਼ਨ ਇੰਡੈਕਸ, ਜੋ ਕੌਣ ਰਿਲੀਜ਼ ਕਰ ਰਿਹਾ? ਟਰਾਂਸਪੇਰੈਂਸੀ ਇੰਟਰਨੈਸ਼ਨਲ। ਕੌਣ ਰਿਲੀਜ਼ ਕਰ ਰਿਹਾ? ਟਰਾਂਸਪੇਰੈਂਸੀ ਇੰਟਰਨੈਸ਼ਨਲ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਰਿਲੀਜ਼ ਕਰਦੀ ਹੈ। ਨਾਮ ਤੋਂ ਸਮਝ ਆ ਰਿਹਾ ਕਿ ਕਿਹੜੀ ਕੰਟਰੀ 'ਚ ਕਿੰਨਾ ਕਰਪਸ਼ਨ ਹੈ, ਉਸ ਨੂੰ ਲੈ ਕੇ ਪੂਰੀ ਪ੍ਰੋਪਰ ਨਿਕਲ ਕੇ ਪਰਸੈਪਸ਼ਨ ਹੈ, ਠੀਕ ਹੈ, ਇੱਕ ਪਰਸੈਪਸ਼ਨ ਨਿਕਾਲ ਕੇ ਸਾਹਮਣੇ ਲਿਆਉਂਦੀ ਹੈ ਕਿ ਇਸ ਕੰਟਰੀ 'ਚ ਇੰਨਾ ਮਤਲਬ ਕਰਪਸ਼ਨ ਹੋ ਸਕਦਾ ਹੈ। ਉਸ ਨੂੰ ਅਲੱਗ-ਅਲੱਗ ਕੰਟਰੀਆਂ 'ਚ ਇਹ ਐਨਾਲਾਈਜ਼ ਕਰਦੀ ਹੈ, ਦੇਖਣ ਦੀ ਕੋਸ਼ਿਸ਼ ਕਰਦੀ ਹੈ, ਡਾਟਾ ਕਲੈਕਟ ਕਰਦੀ ਹੈ, ਫਿਰ ਉਸ ਦੇ ਬੇਸ ਤੇ ਇਹ ਨਿਕਾਲ ਕੇ ਸਾਹਮਣੇ ਲਿਆਉਂਦੇ ਕਿ ਇਸ ਕੰਟਰੀ 'ਚ ਇੰਨਾ ਕਰਪਸ਼ਨ ਹੋ ਸਕਦਾ ਹੈ। ਠੀਕ ਹੈ ਜੀ। ਤੇ ਟੋਟਲ 180 ਕੰਟਰੀਜ਼ ਵਿੱਚੋਂ ਇੰਡੀਆ ਦਾ ਰੈਂਕ ਨਿਕਲ ਕੇ ਸਾਹਮਣੇ ਆਉਂਦਾ ਹੈ। ਡਨ। ਜੇ ਮੈਂ ਦੇਖਾਂ ਲਗਭਗ ਅਲੱਗ-ਅਲੱਗ ਸੋਰਸਿਸ ਤੋਂ ਇਹਨਾਂ ਕੋਲ ਡਾਟਾ ਆਉਂਦਾ, ਇੰਡੀਪੈਂਡੈਂਟ ਡਾਟਾ ਸੋਰਸਿਸ, ਮਤਲਬ ਅਲੱਗ-ਅਲੱਗ ਤੋਂ ਇਹਨਾਂ ਕੋਲ ਨਿਕਾਲ ਕੇ ਸਾਹਮਣੇ ਆਉਂਦਾ। ਮੰਨ ਲਓ ਜਿਹੜਾ ਮਤਲਬ ਇਸ ਵਿੱਚ ਜਿਹੜਾ 0 to 100 ਲੈ ਕੇ ਜਾਂਦੇ ਨੇ ਸਕੋਰ। ਡਨ। ਮੰਨ ਲਓ ਜੇ ਤੁਹਾਡਾ 0 ਹੈ ਤਾਂ ਤੁਸੀਂ ਹਾਈਲੀ ਕਰਪਟ ਹੋ, ਜੇ 100 ਹੈ ਤਾਂ ਬਹੁਤ ਕਲੀਨ ਹੋ, ਯਾਨੀ ਕਿ ਕਰਪਸ਼ਨ ਉੱਤੇ ਹੈ ਹੀ ਨਹੀਂ ਹੈ। ਜੇ 0 ਹੈ ਤਾਂ ਹਾਈਲੀ ਕਰਪਟ ਹੋ, ਜੇ ਵੈਰੀ ਕਲੀਨ ਹੈ ਜਾਂ ਮਤਲਬ ਕਿ ਉਹ 100 ਰੈਂਕ ਤੇ ਹੈ ਤਾਂ ਉਹ ਵੈਰੀ ਕਲੀਨ ਹੋਵੇਗਾ। ਜੇ ਹੁਣ ਮੈਂ ਗੱਲ ਕਰ ਲੈਣਾ ਆਪਣੇ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ, ਇਹ ਇੱਕ NGO ਹੈ, ਨੋਨ ਗਵਰਨਮੈਂਟਲ ਆਰਗੇਨਾਈਜੇਸ਼ਨ ਹੈ। ਇਸ ਨੂੰ ਲਿਆਇਆ ਗਿਆ ਸੀ 1993 ਵਿੱਚ। ਇਸ ਦਾ ਹੈੱਡਕੁਆਰਟਰ ਬਰਲਿਨ ਜਰਮਨੀ ਵਿੱਚ ਹੈ। ਕਿੱਥੇ ਹੈ? ਬਰਲਿਨ ਜਰਮਨੀ ਵਿੱਚ ਹੈ। ਤੇ ਇਹ ਇੱਕ ਨੋਨ ਪ੍ਰੋਫਿਟ ਪਰਪਸ ਲਈ, ਕਿ ਇਸ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਕੋਸ਼ਿਸ਼ ਇਹ ਰਹਿੰਦੀ ਹੈ ਕਿ ਅਸੀਂ ਆਪਣੇ ਕਰਪਸ਼ਨ ਨੂੰ ਮਤਲਬ ਖਤਮ ਕਰ ਸਕੀਏ, ਗਲੋਬਲੀ ਕਰਪਸ਼ਨ ਨੂੰ ਖਤਮ ਕਰ ਸਕੀਏ, ਤੇ ਕੁਝ ਐਸੇ ਮਤਲਬ ਸਟੈਪਸ ਚੱਕੀਏ ਜੋ ਐਂਟੀ ਕਰਪਸ਼ਨ ਹੋਣ, ਹੈ ਨਾ। ਇਸ ਤਰ੍ਹਾਂ ਦੇ ਕੁਝ ਸਟੈਪਸ ਚੱਕਣੇ ਚਾਹੀਦੇ ਹਨ। ਸਾਨੂੰ ਕ੍ਰਿਮੀਨਲ ਐਕਟੀਵਿਟੀਜ਼ ਨੂੰ ਪ੍ਰੀਵੈਂਟ ਕਰਨਾ ਚਾਹੀਦਾ ਜੋ ਕਰਪਸ਼ਨ ਤੋਂ ਨਿਕਲ ਕੇ ਸਾਹਮਣੇ ਆਉਂਦੀਆਂ। ਇਸ ਵਿੱਚ ਧਿਆਨ ਵਿੱਚ ਰੱਖ ਸਕਦੇ ਹੋ। ਹੁਣ ਇਸ ਵਿੱਚ ਜਿਹੜੇ ਡਾਟਾ ਇੰਪੋਰਟੈਂਟ ਹੋ ਜਾਂਦਾ ਰੈਂਕਿੰਗ ਬੇਸ ਤੇ। ਟੌਪ ਪਰਫਾਰਮਰ ਕੌਣ ਸੀ? ਠੀਕ ਹੈ, ਜਿਸ ਤੇ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਉੱਥੇ ਕਰਪਸ਼ਨ ਬਹੁਤ ਘੱਟ ਹੈ। ਕਿਹੜੀ ਕੰਟਰੀਜ਼ ਹਨ ਟੌਪ ਤੇ? ਡੈਨਮਾਰਕ ਹੈ ਤੇ ਫਿਨਲੈਂਡ ਹੈ ਤੇ ਨਿਊਜ਼ੀਲੈਂਡ ਹੈ। ਇਹਨਾਂ ਦੀ ਹਰੇਕ ਦੀ ਸਕੋਰ 88 ਹੈ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਯਾਨੀ ਕਿ ਪਹਿਲੇ ਨੰਬਰ ਡੈਨਮਾਰਕ ਹੈ, ਫਿਨਲੈਂਡ ਹੈ, ਫਿਰ ਨਿਊਜ਼ੀਲੈਂਡ ਹੈ। ਹਰੇਕ ਦਾ ਸਕੋਰ 88 ਹੈ। ਤੇ ਤੁਸੀਂ ਟੌਪ ਕੰਟਰੀਜ਼ ਲਾ ਸਕਦੇ ਹੋ ਜਿੱਥੇ ਬਹੁਤ ਹੀ ਘੱਟ ਸਾਨੂੰ ਕਰਪਸ਼ਨ ਦੇਖਣ ਨੂੰ ਮਿਲਦੀ ਹੈ। ਬੋਟਮ ਪਰਫਾਰਮਰਸ ਕੌਣ ਨੇ? ਸਾਊਥ ਸੁਡਾਨ ਹੈ, ਸੀਰੀਆ ਹੈ, ਸੋਮਾਲੀਆ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਤੇ ਇੰਡੀਆ ਦੀ ਪਰਫਾਰਮੈਂਸ ਇੰਪੋਰਟੈਂਟ ਹੋ ਜਾਂਦੀ ਹੈ। ਇੰਡੀਆ ਦਾ ਰੈਂਕ ਹੈ 85। ਡਨ। 180 ਕੰਟਰੀ ਚੋਂ ਇੰਡੀਆ ਦਾ ਰੈਂਕ ਕਿੰਨਾ ਹੈ? 85। ਡਨ। ਤੁਸੀਂ ਧਿਆਨ ਵਿੱਚ ਰੱਖਣਾ। ਤੇ ਇਹਦਾ ਸਕੋਰ ਦੇਖੋ, ਇਹ ਸਕੋਰ ਦਿੱਤੇ ਹੋਏ ਨੇ। ਡਨ। ਇਹ ਸਕੋਰ ਦਿੱਤੇ ਹੋਏ ਨੇ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਤੇ ਇਸ ਨੂੰ ਧਿਆਨ 'ਚ ਰੱਖਣਾ, ਇੰਡੀਆ ਦਾ ਜਿਹੜਾ ਪਿਛਲੇ 3 ਸਾਲਾਂ ਵਿੱਚ ਜਿਹੜਾ ਰੈਂਕ ਹੈ ਲਗਭਗ ਉੱਥੇ ਨੇੜੇ ਤੇੜੇ ਹੀ ਰਿਹਾ। 2019 ਵਿੱਚ 80 ਸੀ, ਫਿਰ ਇਨਕਰੀਜ਼ ਕਰ ਗਿਆ, 20 ਵਿੱਚ 86 ਹੋ ਗਿਆ, ਤੇ ਹੁਣ ਲਗਭਗ ਜੇ ਆਪਾਂ ਦੇਖੀਏ 85 ਦੇਖ ਕੇ ਨਿਕਲ ਕੇ ਸਾਹਮਣੇ ਆਉਂਦਾ। ਡਨ। ਓਕੇ। ਤੇ ਇੰਡੀਆ ਨੂੰ ਸਕੋਰ ਕਿੰਨਾ ਦਿੱਤਾ ਇਹਨਾਂ ਨੇ? ਮੈਂ ਸਕੋਰ ਤੁਹਾਨੂੰ ਦੱਸਿਆ ਸੀ, ਜੇ 0 ਸਕੋਰ ਹੈ ਤਾਂ ਤੁਸੀਂ ਹਾਈਲੀ ਕਰਪਟ ਹੋ, ਜੇ ਤੁਹਾਡਾ 100 ਸਕੋਰ ਹੈ ਤਾਂ ਤੁਸੀਂ ਹਾਈਲੀ ਕਲੀਨ ਹੋ, ਹੈ ਨਾ। ਤੇ ਇੰਡੀਆ ਦਾ ਕਿੰਨਾ ਸਕੋਰ ਨਿਕਲ ਕੇ ਸਾਹਮਣੇ ਆਇਆ? 40 ਨਿਕਲ ਕੇ ਸਾਹਮਣੇ ਆਇਆ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਹੈਨਲੀ ਪਾਸਪੋਰਟ ਇੰਡੈਕਸ, ਹੈਨਲੀ ਪਾਸਪੋਰਟ ਇੰਡੈਕਸ ਜਿਹੜਾ ਉਹ ਰੈਂਕਿੰਗ ਦਿੰਦਾ ਵਰਲਡ ਦੇ ਓਵਰਆਲ ਜਿੰਨੇ ਵੀ ਪਾਸਪੋਰਟਸ ਹੈ ਉਹਨਾਂ ਦੀ, ਮਤਲਬ ਇੱਕ ਤਰੀਕੇ ਦੇ ਕਹਿ ਸਕਦੇ ਹੋ ਕਿ ਉਹਨਾਂ ਪਾਸਪੋਰਟ ਦੀ ਕਿੰਨੀ ਪਾਵਰ ਹੈ, ਕਿਸ ਬੇਸ ਤੇ ਕਿ ਉਹ ਪਾਸਪੋਰਟ ਦੇ ਬਿਹਾਵ ਤੇ ਅਲੱਗ-ਅਲੱਗ ਕੰਟਰੀਜ਼ ਉਹਨਾਂ ਨੂੰ ਬਿਨਾਂ ਵੀਜ਼ਾ ਤੋਂ ਆਉਣ ਲਈ ਕਹਿ ਸਕਦੀਆਂ। ਉਸ ਆਧਾਰ ਤੇ ਇੱਕ ਹੈਨਲੀ ਪਾਸਪੋਰਟ ਇੰਡੈਕਸ ਨਿਕਲ ਕੇ ਸਾਹਮਣੇ ਆਉਂਦਾ ਹੈ। ਉਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਜੇ ਕਿਸੇ ਦਾ ਰੈਂਕ ਹਾਈਐਸਟ ਹੈ, ਇਸਦਾ ਮਤਲਬ ਕਿ ਉਸ ਕੋਲ ਬਹੁਤ ਸਾਰੀ ਡੈਸਟੀਨੇਸ਼ਨਸ ਹੈ ਅਲੱਗ-ਅਲੱਗ ਵਰਲਡ ਦੀਆਂ ਜਿੱਥੇ ਉਹ ਬਿਨਾਂ ਵੀਜ਼ਾ ਤੋਂ ਵੀ ਜਾ ਸਕਦਾ ਹੈ, ਕਿਉਂਕਿ ਉਹ ਕੰਟਰੀਜ਼ ਉਹਨਾਂ ਨੂੰ ਅਲਾਉ ਕਰ ਸਕਦੀਆਂ, ਕਿਉਂਕਿ ਉਹ ਜਿਹੜਾ ਪਾਸਪੋਰਟ ਆ ਆਪਣੇ ਆਪ 'ਚ ਪਾਵਰਫੁਲ ਹੈ। ਪਾਵਰਫੁਲ ਦਾ ਬੇਸ ਬਣਾਉਣ ਦਾ ਕਿ ਇਹ ਕਿਵੇਂ ਪਾਵਰਫੁਲ ਹੋ ਸਕਦਾ, ਉਸਦੇ ਅਲੱਗ-ਅਲੱਗ ਕੈਟਾਗਰੀਜ਼ ਹੋ ਸਕਦੀਆਂ, ਇਕਨੋਮਿਕਲੀ, ਹੈ ਨਾ, ਕਰਪਸ਼ਨ ਦੇ ਬਿਹਾਵ ਤੇ, ਕ੍ਰਿਮੀਨਲ ਪ੍ਰੋਸੀਜਰ ਦੇ ਬਿਹਾਵ ਤੇ, ਕਿ ਉਹ ਕੰਟਰੀ ਬਹੁਤ ਅੱਛੀ ਹੈ, ਕੰਟਰੀ ਦਾ ਵਪਾਰ ਬਹੁਤ ਅੱਛਾ ਹੈ, ਤਾਂ ਦੂਸਰੀ ਕੰਟਰੀ ਨੂੰ ਅਲਾਉ ਕਰ ਦਿੰਦੀ ਹੈ ਕਿ ਤੁਸੀਂ ਬਿਨਾਂ ਵੀਜ਼ਾ ਤੋਂ ਵੀ ਤੁਹਾਡੇ ਸਿਟੀਜ਼ਨ ਸਾਡੇ ਕੋਲ ਉਰੇ ਆ ਸਕਦੇ ਨੇ। ਡਨ। ਓਕੇ। ਇਸ ਨੂੰ ਸਭ ਤੋਂ ਪਹਿਲੇ ਕੌਣ ਲੈ ਕੇ ਆਇਆ ਸੀ? ਡਾਕਟਰ ਕ੍ਰਿਸਟਨ, ਠੀਕ ਹੈ, ਤੇ ਡਾਕਟਰ ਕ੍ਰਿਸਟਨ H. ਕੈਲਿਨ, ਹੈ ਨਾ, ਜੋ ਹੈਨਲੀ ਐਂਡ ਪਾਰਟਨਰਸ ਦੇ ਚੇਅਰਮੈਨ ਸੀ, ਉਹ ਇਸ ਨੂੰ ਨਿਕਾਲ ਕੇ ਸਾਹਮਣੇ ਲਿਆਏ ਸੀ। ਡਨ। ਇਹਨਾਂ ਕੋਲ ਜਿਹੜਾ ਡਾਟਾ ਆਉਂਦਾ ਹੈ
ठीक है, क्योंकि डाटा के बेस से ही वो एनालाइज करके रैंक निकालते हैं ना, तो इंटरनेशनल एयर ट्रांसपोर्ट एसोसीएशन जी है वो उन्होंने डाटा प्रोवाइड करती है। जो वर्ल्ड का लार्जेस्ट डाटा ट्रैवल की इन्फॉर्मेशन का सारा डाटा ये ऑर्गेनाइजेशन रखती है, इंटरनेशनल एयर ट्रांसपोर्ट एसोसीएशन, वो फिर ये डाटा जोड़ा इन्होंने दिता जाता है, फिर अगों जो प्रॉपर रैंक निकाल के सामने लियाते हैं। इन्हू सब तो पहले जो लिया गया 2006 में लिया गया, इस लगभग 199 कंट्रीज को मतलब एनालाइज किया जाता है। जे मैं रैंकिंग के हिसाब से देखा तो टॉप ते किहड़ी रैंकिंग है, टॉप ते जापान आउंदा है ते सिंगापुर आउंदा है, ठीक है, टॉप ते जापान आउंदा है ते सिंगापुर आउंदा है। इसका मतलब इन्हां दे पासपोर्ट जिहड़े इन्ने पावरफुल हैं तो इन्हां कोल सब तो ज़्यादा डेस्टिनेशनस होणगीਆਂ जिथे वो बिना वीज़ा तो भी जा सकते हैं। डन ओके, ते बॉटम ते कौन ने, अफगानिस्तान ते इराक, यानी कि वर्स्ट पासपोर्ट्स ने। इन्हों मतलब बहुत ही घट डेस्टिनेशन होंगी है, बहुत ही घट, यानी कि होएगी नहीं जिथे वो बिना वीज़ा तो जा सकन, तो इन्होंने वीज़ा मिलना भी इन्ना आसान नहीं है। डन ईवन कि पाकिस्तान का भी पासपोर्ट तुम लैके जाओगे किसी दूसरी कंट्री तो वीज़ा मिलना इन्ना आसान नहीं है। डन ओके, इंडिया की परफॉर्मेंस भी बहुत जरूरी है। 2020 इंडिया का रैंक सी 84, ठीक है, जे आप देखिए। डन तो अज के टाइम इंडिया का रैंक देखने को मिलता है। जे 2016 देखिए, 2016 देखिए इंडिया रैंक 85 सी। डन तो अपना 2020 इंडिया रैंक कितना सी 84, मगर 2022 इंडिया का रैंक कितना आ गया 83। डन 83। डन तो इस दे नाल मतलब उसको 60 डेस्टिनेशन हो जाऊँगी जिथे वो बिना वीज़ा तो भी जा सकता है। इसका मतलब कि लगभग 2006 तो जी मतलब इंडैक्सिस निकालना स्टार्ट होया तो उत्थों की लैके हुण तक भारत 35 डेस्टिनेशन जड़ियाँ वो ऐड कर चुका है अपनी इस परफॉर्मेंस में, यानी कि हुण लगभग 60 ऐसी डेस्टिनेशन है जिथे इंडिया बिना वीज़ा तो जा सकता है, क्योंकि उत्थों की कंट्रीज अलाउ कर रही हैं। हले सानू होर इंप्रूव करना है, क्योंकि यह हले इन्ना इंप्रूव नहीं है, तो असं ध्यान में रख सकते हो। अगर देखो इंडैक्स ऑफ इंडस्ट्रीयल प्रोडक्शन, इंडैक्स ऑफ इंडस्ट्रीयल प्रोडक्शन नाम तो समझ आ रहा है कि कितना वॉल्यूम जी प्रोडक्शन की वॉल्यूम है उस कितना चेंज आ रहा है, उसको लैके मैयर किया जाता है। उस मैयरिंग एक प्रॉपर रिपोर्ट दिखाया जाता, प्रॉपर इंडैक्स दिखाया जाता है, तो उसको आप कह दें इंडैक्स ऑफ इंडस्ट्रीयल प्रमोशन। जो भी साडी इंडस्ट्री प्रोडक्शन होंगी है तो पिछले साल तो इस साल में कितना फर्क आ गया, ठीक है, वॉल्यूम कितना फर्क आ गया। मगर यह भी नहीं है कि आप जो कंपैरिजन करते हो पिछले साल ना करते हैं, आप बेस ईयर ना करते हैं। साडा बेस ईयर जो चेंज होता रहता है, असी 2011 तो 12 तो एनालाइज करते हुए कंपैरिजन करते हुए ये जानने की कोशिश करते हैं कि साडी जी इंडस्ट्रीयल प्रोडक्शन हो रही है ना, उस कितना चेंज आया। तो यह इंडैक्स जो है यही दसण की कोशिश करता है। इनू कौन सामने लिया, बहुत इंपोर्टेंट है। इसनू सामने लिया है नैशनल स्टैटिस्टिकल ऑफिस, जो मिनिस्ट्री ऑफ स्टैटिस्टिक्स एंड प्रोग्राम इंप्लीमेंटेशन के अधीन आता है, जिसनों आप शॉर्ट फॉर्म में मोस्पी कहने, जिसनों आप शॉर्ट फॉर्म में मोस्पी कहने। अगला देखो वर्ल्ड वाइड कोस्ट ऑफ लिविंग रिपोर्ट, वर्ल्ड वाइड कोस्ट ऑफ लिविंग रिपोर्ट। ये रिपोर्ट में यह दसिया जाता है कि किहड़ी कंट्री दी सिटी, मान लो कोई कंट्री है वो एक सिटी बहुत ही महंगा है रहना, उसके बारे जानकारी देता है कि किहड़ी ऐसी कंट्री है जिथे रहना बहुत मुश्किल है ना, जिथे मतलब हर एक चीज़ बहुत महंगी है, उस बारे भी दसदा है। तो यह भी दसदा है किहड़ी चीपेस्ट सिटी है जिथे रहना बहुत आसान है, ठीक है, हैज़ आ मनी के बिहाव से रहना बहुत आसान है। दोनों चीज़ों बारे दसदा है। तो इस रिपोर्ट में दसिया गया कि जी इजराइल की कैपिटल है तल अवीव, मोस्ट एक्सपेंसिव सिटी है जिथे तुसीं रहना, मतलब जे तुसीं उत्थे रह रहे हो, मतलब तुहाडे कोल इनकम खासी है कि तुसीं उत्थे बहुत सारा खर्चा करके रह पाओगे, एवं नहीं रह पाओगे तुसीं, क्योंकि उत्थे जिहड़े प्रोडक्ट्स ने महंगे ने, उत्थे हर एक चीज़ महंगी है उत्थे। डन तो इस पैरिस ते सिंगापुर सैकेंड ते थर्ड नंबर पर आ जाते हैं, फिर जूरिच आता है, डन फिर हांगकांग आता है। ये रैंकिंग के बिहाव से दस रहे हैं, जिथे रहने के मुताबिक पहले नंबर पर तल अवीव, सैकेंड नंबर पर पैरिस, थर्ड नंबर पर सिंगापुर। डन इस तरीके तुहानूं देखने को मिलता है। इस रिपोर्ट को कौन सामने लिया EIU इकोनॉमिक्स इंटैलीजेंस यूनिट, जो कंपैरिजन करता है डिफरेंट सिटीज़ नूं, ते किवें पता लगता है कि उत्थे रहना इन्ना मुश्किल है। तो उस विच एक बेंचमार्क तो रह जाता है कि किहड़ी सिटी ऐसी है जो जिसकी जिहड़ी सिटी ऐसी है जिसकी करंसी जिहड़ी है वो स्ट्रोंगर है किसके अंगेस्ट है, US डॉलर के अंगेस्ट। तो उस बिहाव से रैंकिंग जी निकाल के सामने ले आई जाती है, जिस हिसाब से अपनी तल अवीव जी है मोस्ट एक्सपेंसिव सिटी निकाल के सामने आती है। तो इंडिया का जो अहमदाबाद गुजरात है वो टॉप 10 चीपेस्ट सिटीज़ में आता है। मैं तुहानूं कहा सी ये कोस्ट ऑफ लिविंग इंडैक्स जे आप देखिए कोस्ट ऑफ लिविंग रिपोर्ट वो चीपेस्ट सिटीज़ बारे भी दसदा है, मोस्ट एक्सपेंसिव सिटीज़ बारे भी दसदा है। तो अहमदाबाद गुजरात अपने भारत का टॉप 10 चीपेस्ट सिटीज़ में आता है। तो जे आप देखिए चीपेस्ट सिटीज़ टॉप से कौन निकल के सामने आता, टॉप 10 में
दमास्कस, ठीक है, जो सीरिया की कैपिटल है, जिथे रहना बहुत आसान है एज अ इकोनॉमिकल बिहाव से। डन। तो सैकेंड नंबर ते त्रिपोली आउंदा है, थर्ड नंबर ते ताशकंद जो उज़बेकिस्तान विच है, तुनिस आउंदा है तुनीशिया विच है, फिर अलमाती आउंदा कजाकिस्तान विच है। इस तरीके नाल तुहाडी रैंकिंग निकल के सामने आउंदी है, मोस्ट एक्सपेंसिव दी, मोस्ट चीपेस्ट दी। डन। उस तो इलावा अगे देखो, अगे आप देख रहे हैं स्टेट हैल्थ इंडेक्स। स्टेट हैल्थ इंडेक्स नीति आयोग जिहड़ा स्टेट हैल्थ इंडेक्स निकालता है। डन। तो यह लगातार उसका 4th एडिशन है, जिस 2019 ਤੇ 20 का प्रॉपर फाइनैशियल ईयर का बेस लैके, मतलब बेस नहीं कहांगा, फाइनैशियल ईयर का डाटा निकाल के सामने लिया है। इस दसिया जाता है कि हर एक स्टेट की हैल्थ कंडीशन कैसी है, यानी कि उत्थे ते रहिंदे लोकां विच सानू की चीज़ां मतलब एक कैटेगरी वाइज एनालाइज करके देखा जाता है कि उसका न्यूट्रिशन बेस कैसा है, उत्थे हॉस्पिटल्स का मतलब इंफ्रास्ट्रक्चर कैसा है, तो उससे मतलब जी परफॉर्मेंस है उस बिहाव से एनालाइज करके एक निकाल के सामने ले आया जाता है कि ओवरऑल हैल्थ स्टेटस अपने भारत कैसा है, तो स्टेट वाइज कैसा है, उसके बारे जी जानकारी है वो स्टेट हैल्थ इंडेक्स दसदा है, जो नीति आयोग जो रिलीज निकालता है। डन। ये जो स्टेट हैल्थ इंडेक्स है, जो नीति आयोग रिलीज निकालता है, वो कला नहीं करता, वो वर्ल्ड बैंक की सहायता भी लैंदा है, तो नाल अपनी मिनिस्ट्री जी है हैल्थ एंड फैमिली वेलफेयर की, उसकी भी सहायता नाल निकाल के सामने ले आता है। इस रिपोर्ट का जो टाइटल सी होए सी हैल्थी स्टेट्स प्रोग्रेसिव इंडिया। जे साडे स्टेट्स हैल्थी होणगे उन्ना ही असीं मतलब अगे वध पावांगे, साडी ग्रोथ हो पाएगी। जे हैल्थ पे आप तो असीं उन्ने अच्छे नहीं है, तो इकोनॉमिकल एक्टिविटी उन्नी अच्छी नहीं हो पाएगी, साडी GDP च कॉन्ट्रीब्यूशन उन्ना अच्छा नहीं हो पाएगा। डन। ओके। उस तो इलावा अगली देखो, अगली इंडेक्स है अपने गुड गवर्नेंस इंडेक्स। ये आप हमेशा 25 दिसंबर को निकालते हैं, जो आप अपना गुड गवर्नेंस डे मनाने हैं। डन। ओके। गवर्नमेंट रिलीज कर दी है, तुसीं ध्यान च रखना कि गवर्नमेंट के अंदर भी एक अपना डिपार्टमेंट है एडमिनिस्ट्रेटिव रिफॉर्म्स एंड पब्लिक ग्रीवनेंस, जो मिनिस्ट्री ऑफ पर्सोनल पब्लिक ग्रीवनेंस पेंशन के अंडर आता है। जो इस विच ये दस्सिया जाता है कि जिहड़ी साडी स्टेट्स है ना, स्टेट्स यूटीज, उन्होंने गवर्नेंस कितना मतलब चेंज आया, कितना पॉजिटिव इंपैक्ट आया, कितना नैगेटिव इंपैक्ट आया। तो तुहानूं दसना चाहिए कि साडे जिहड़े टॉप परफॉर्मर सी स्टेट बेस से एनालाइज करके दसीए, तो गुजरात सब तो टॉप नंबर पर आता है ग्रुप ए विच, यानी कि उन्होंने जी गुड गवर्नेंस इंडेक्स है उन्होंने भी अलग अलग डिवाइड करता, क्योंकि हरेक स्टेट की एक अपनी कैपेबिलिटी है, अपने एडवांटेज है, डिसएडवांटेजेस है। जे उन्होंने अपन एनालाइज करना तो दूजे स्टेट्स का भी उस नाल मतलब कैपेबिलिटी या उस नाल रिलेटेड जी मतलब क्षमता है वो मैच करनी चाहिए है। कदे भी असी गुजरात वर्गे स्टेट्स नूं आपां जिहड़े हीली स्टेट्स हैं उन्हां नाल मतलब कंपैरिजन नहीं कर सकते, आपां नॉर्मल जिहड़े स्टेट्स उन्हां नाल कंपैरिजन कर सकते हैं। तो इस करके ही इन्हां नूं ग्रुप ए बी विच वंड दिता गया। तो ग्रुप ए विच वो आ रही हैं जिहड़ियां मतलब एक इक्वल बेस ते ने, तो गुजरात टॉप ते आउंदा है, ठीक है, गुड गवर्नेंस इंडेक्स विच तुसीं ध्यान विच रखना। सैकेंड नंबर ते महाराष्ट्र, थर्ड नंबर ते आउंदा गोवा, तुसीं ध्यान विच रखना। डन। ते ग्रुप बी विच मध्य प्रदेश टॉप ते आउंदा है, ठीक है, तो सैकेंड नंबर ते राजस्थान, थर्ड नंबर ते छत्तीसगढ़। तो जे मैं हिली स्टेट्स ते नॉर्थ ईस्ट स्टेट्स कंपैरिजन करके दसां जिहड़ियां इन्हां विच जिहड़ी कंट्री सिटीज माफ करना जिहड़ी स्टेट्स आ रही हैं उस विच हिमाचल प्रदेश फर्स्ट नंबर ते आउंदा है, सैकेंड नंबर ते मिजोरम, थर्ड नंबर ते उत्तराखंड आउंदा है। यूटी विच क्योंकि यूटी की अपनी मतलब एडवांटेजेस एंड डिसएडवांटेजेस हैं, उन्होंने आप नॉर्थ ईस्ट नाल मैच नहीं कर सकते, तो साडी जिन्नियां भी यूटी हैं उन्हां विचों कंपैरिजन करके आप दस सकते हैं कि दिल्ली जिहड़ा है और टॉप ते है, तुसीं ध्यान विच रख सकते हो। इसका मतलब जी दिल्ली की गवर्नमेंट है वो अच्छा काम कर रही है। डन। ओके। हिली स्टेट्स का अपना एक मतलब प्रॉब्लम है, क्योंकि उत्थे दी डिवेलपमेंट को लैके आपां नूं अलग तरीके नाल सोचना पैंदा है, नॉर्मल स्टेट्स का अलग तरीके नाल सोचना पैंदा है। तो गवर्नेंस नूं एनालाइज करन लई कि उत्थे दी गवर्नेंस किस तरह काम कर रही है, तो उन्होंने एनालाइज करने लिए आप अलग अलग चीज़ां देखते हैं। डन। ओके। सो अगला अपनी रिपोर्ट है फूड प्राइस इंडेक्स। किहड़ी रिपोर्ट है? फूड प्राइस इंडेक्स। नाम तो समझ आ रहा है कि फूड की प्राइसिंग लैके ट्रेंड दसिया जाता है, तो वह कौन निकालता है? फूड एंड एग्रीकल्चर ऑर्गेनाइजेशन। पहली बार जो निकाल के सामने लिया 1996। डन। ओके। इस ये पता लगाया जाता है कि मोनिटरिंग करी जाती है कि जेडे साढ़े एग्रीकल्चर कॉम्पिटिटिव मार्केट है उसके मतलब किस तरह चेंजिस आ रही हैं फूड प्राइस की, है ना। तो ये इसका बेस जो मंथली बेस से जो चेंज आता है उसनों लैके प्रॉपर एनालाइज किया जाता है। इस सीरियल्स आते हैं, ऑयल सीड्स होंगे हैं, डेयरी प्रोडक्ट्स होंगे हैं, मीट होंगे, शुगर होंगे, इन्होंने सारे के प्राइसिस मैयर किया जाता है। तो इन्होंने बास्केट में कितना चेंज आ रहा है उस हिसाब से प्रॉपर इस इंडेक्स को निकाल के सामने लिया जाता है। इसका बेस लिया जाता है 2014-16 का, उस बेस तो कंपैरिजन करके कि अज का की ट्रेंड है, अज के फूड प्राइसिस में कितना चेंज आया उस बारे दसिया जाता है। डन। अगली रिपोर्ट, अज की लास्ट रिपोर्ट, सस्टेनेबल डेवलपमेंट गोल्स अर्बन इंडेक्स। नाम तो समझ आ रहा है
कि ਅਸੀਂ ਆਪਣੇ ਜਿਹੜੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਹੈ ਜੋ ਆਪਣੇ ਪੂਰੇ ਕਰਨੇ ਨੇ 2030 ਤੱਕ, ਉਸ ਨੂੰ ਲੈ ਕੇ ਇੰਡੀਆ ਨੇ ਆਪਣੇ ਖੁਦ ਦੇ ਗੋਲਸ ਬਣਾਏ ਹੋਏ ਨੇ। ਤਾਂ ਉਸ ਵਿੱਚ ਰੂਰਲ ਦੇ ਅਲੱਗ ਗੋਲਸ ਨੇ, ਅਰਬਨ ਦੇ ਅਲੱਗ ਗੋਲਸ ਨੇ। ਜੇ ਮੈਂ ਨੀਤੀ ਆਯੋਗ ਦੀ ਗੱਲ ਕਰਾਂ, ਨੀਤੀ ਆਯੋਗ ਨੇ ਠੀਕ ਹੈ ਇੰਡੋ ਜਰਮਨ ਕੋਆਪਰੇਸ਼ਨ ਨਾਲ ਰਲ ਕੇ ਇੱਕ ਸਟੇਟ ਸਸਟੇਨੇਬਲ ਡਿਵੈਲਪਮੈਂਟ ਗੋਲਸ ਨਿਕਾਲ ਕੇ ਸਾਹਮਣੇ ਲਿਆਉਂਦਾ ਹੈ, ਜਿਸ ਵਿੱਚ ਉਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਜੋ ਅਸੀਂ ਗੋਲਸ ਪੂਰੇ ਕਰਨੇ ਨੇ, ਜੋ ਸਾਡੇ ਅਰਬਨ ਨੂੰ ਲੈ ਕੇ ਨੇ ਹਨਾ, ਜੋ ਅਰਬਨ ਨੂੰ ਲੈ ਕੇ ਨੇ, ਉਸ ਵਿੱਚ ਅਸੀਂ ਕਿੱਥੇ ਖੜੇ ਹਾਂ। ਅਸੀਂ 2030 ਤੋਂ 30 ਤੱਕ ਆਪਾਂ ਐਨਾਲਾਈਜ਼ ਕਰਦੇ ਜਾਵਾਂਗੇ ਤੇ ਆਪਣੇ ਗੋਲਸ ਨੂੰ ਹੌਲੀ ਹੌਲੀ ਕੰਪਲੀਟ ਕਰਨ ਲਈ ਹਰੇਕ ਸਾਲ ਆਪਾਂ ਮੋਨੀਟਰ ਕਰਦੇ ਜਾਵਾਂਗੇ। ਮੋਨੀਟਰਿੰਗ ਤਦ ਹੀ ਹੋ ਪਾਏਗੀ ਜਦ ਸਾਡੇ ਕੋਲ ਸਾਡੇ ਸਾਹਮਣੇ ਡਾਟਾ ਹੋਏਗਾ। ਤਾਂ ਇਸ ਤਰੀਕੇ ਨਾਲ ਨੀਤੀ ਆਯੋਗ ਜਿਹੜਾ ਉਹ ਡਾਟਾ ਨਿਕਾਲ ਕੇ ਸਾਹਮਣੇ ਲਿਆਉਂਦਾ ਹੈ। ਡਨ ਓਕੇ, ਧਿਆਨ ਵਿੱਚ ਰੱਖਣਾ ਇਹ, ਫਿਰ ਧਿਆਨ 'ਚ ਰੱਖ ਸਕਦੇ ਹੋ ਸਸਟੇਨੇਬਲ ਡਿਵੈਲਪਮੈਂਟ ਗੋਲਸ ਜਿਹੜੇ ਨੇ ਉਹ ਕੌਣ ਨਿਕਾਲ ਕੇ ਸਾਹਮਣੇ ਲਿਆਉਂਦਾ ਹੈ, ਦੱਸੋ। ਇਹ ਨੀਤੀ ਆਯੋਗ ਨਿਕਾਲ ਕੇ ਸਾਹਮਣੇ ਲਿਆਉਂਦਾ ਹੈ। ਸਸਟੇਨੇਬਲ ਡਿਵੈਲਪਮੈਂਟ ਗੋਲ ਜਿਹੜੇ ਨੇ, ਮੈਨੂੰ ਦੱਸ ਸਕਦਾ ਟੋਟਲ ਕਿੰਨੇ ਗੋਲਸ ਨੇ, ਦੱਸੋ ਮੈਨੂੰ ਟੋਟਲ ਕਿੰਨੇ ਗੋਲਸ ਨੇ, ਜਲਦੀ ਦੱਸੋ। ਇਹ ਤੁਹਾਡੇ ਲਈ ਕੁਐਸਚਨ ਹੈ ਕਿ ਸਸਟੇਨੇਬਲ ਡਿਵੈਲਪਮੈਂਟ ਗੋਲਸ ਜਿਹੜੇ ਨੇ ਟੋਟਲ ਉਹ ਕਿੰਨੇ ਨੇ, ਦੱਸੋ। ਬਿਲਕੁਲ ਵੀ ਭੁੱਲਣਾ ਨਹੀਂ ਹੈ, ਟੋਟਲ 17 ਗੋਲਸ ਨੇ। ਕਿੰਨੇ ਨੇ? 17 ਗੋਲਸ ਨੇ। ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ, ਇਸ ਦਾ ਵੀ ਮੈਚ ਦਾ ਫੋਲੋਇੰਗ ਆ ਸਕਦਾ ਹੈ ਕਿ ਟੋਟਲ ਕਿੰਨੇ ਗੋਲਸ ਨੇ। ਪਹਿਲਾ ਗੋਲ ਕੀ ਹੈ? ਨੋ ਪਾਵਰਟੀ, ਠੀਕ ਹੈ, ਇਹ ਸਾਡਾ ਗੋਲ ਹੈ ਕਿ ਅਸੀਂ 2030 ਤੱਕ ਪੂਰਾ ਕਰਨਾ ਹੈ। ਦੂਜਾ ਗੋਲ ਕੀ ਹੈ? ਜ਼ੀਰੋ ਹੰਗਰ, ਕੀ ਹੈ? ਜ਼ੀਰੋ ਹੰਗਰ। ਥਰਡ ਗੋਲ ਕੀ ਹੈ ਆਪਣਾ, ਦੱਸੋ? ਗੁੱਡ ਹੈਲਥ ਐਂਡ ਵੈਲਬੀਂਗ, ਗੁੱਡ ਹੈਲਥ ਐਂਡ ਵੈਲਬੀਂਗ। ਡਨ। ਇਸ ਵਿੱਚ ਬੜੀ ਚੀਜ਼ਾਂ ਆ ਜਾਂਦੀ ਹੈ, ਤਾਂ ਮੈਂ ਤੁਹਾਨੂੰ ਹੈਡਲਾਈਨ ਦੱਸ ਰਿਹਾ। ਫੋਰਥ ਕੀ ਹੈ? ਕੁਆਲਿਟੀ ਐਜੂਕੇਸ਼ਨ, ਕੁਆਲਿਟੀ ਐਜੂਕੇਸ਼ਨ। ਦੈਨ ਫਿਫਥ ਕੀ ਹੈ, ਦੱਸੋ? ਫਿਫਥ ਕੀ ਹੈ? ਜੈਂਡਰ ਇਕੁਐਲਿਟੀ, ਕੀ ਹੈ? ਜੈਂਡਰ ਇਕੁਐਲਿਟੀ। ਸਿਕਸਥ ਕੀ ਹੈ, ਦੱਸੋ? ਕਲੀਨ ਵਾਟਰ, ਕਲੀਨ ਵਾਟਰ ਆਈ ਥਿੰਕ ਐਂਡ ਸੈਨੀਟੇਸ਼ਨ ਹੋਏਗਾ, ਨਾਲ ਲੱਗਦਾ ਹੀ ਹੋਏਗਾ ਨਾ। ਓਕੇ। 7 ਕੀ ਹੈ ਜੇ ਮੈਂ ਦੇਖਣਾ ਚਾਹਾਂ? ਕਲੀਨ ਵਾਟਰ, ਅੱਛਾ ਹਾਂ, ਕਲੀਨ એનર્ਜੀ है ना, अफोर्डेबल क्लीन एनर्जी। क्लीन एनर्जी। देन 8th की है जे मैं देखना चाहूँगा डिसेंट वर्क, ठीक है, डिसेंट वर्क जो साढ़े राइट टू लाइफ के अंडर भी आउंदा है, आर्टिकल 21 में, जिस विच कहा गया कि डिसेंट वर्क देना बहुत जरूरी है। देन प्लस इकोनॉमिक ग्रोथ। देन उस तो अलावा 9th की है, दसो मैनू 9th की है? इंडस्ट्रीयल इनोवेशन, स्टार्टअप की पॉलिसी नाल रिलेटेड है, इंडस्ट्री इनोवेशन। देन ते इंफ्रास्ट्रक्चर। देन उस तो अलावा हैगा अपना 10वां की है? रिड्यूस दी इनइक्वैलिटीज, रिड्यूस दी इनइक्वैलिटीज। देन हुण अगे 11वां की है? दसो मैनू? सस्टेनेबल सिटीज एंड कम्युनिटीज, सस्टेनेबल सिटीज एंड कम्युनिटीज। 12वां की है जे देखना चाहो? रिस्पोंसिबल कंजप्शन एंड प्रोडक्शन, रिस्पोंसिबल कंजप्शन एंड प्रोडक्शन। देन 13वां की है? दसो मैनू? क्लाइमेट एक्शन, जिहदे लई पैरिस एग्रीमेंट बड़ा इंपोर्टेंट हो जाता है। 14 की है? लाइफ बिलो वाटर, ठीक है, लाइफ बिलो वाटर। उस तो अलावा 15वां की है? जल्दी दसो? लाइफ ऑन लैंड, ठीक है। उस तो अलावा पीस जस्टिस एंड स्ट्रॉन्ग इंस्टीट्यूशन, पीस जस्टिस एंड स्ट्रॉन्ग इंस्टीट्यूशन। 17वां की है? दसो? पार्टनरशिप फॉर द गोल्स, ठीक है, पार्टनरशिप फॉर द गोल्स। देखो सारे दस तुहानूं मैं इसी तरीके नाल ये ना एक चार्ट तुहानूं ना गूगल ते मिल जाएगा, उन्होंने प्रिंट आउट कढ़ा के चिपका लो दीवार ते। इस तरह के क्वेश्चन पूछे जाते हैं। मैं तुहानूं फिर कह रहा मैच दा फॉलोइंग आ जाएंगे क्वेश्चन, फिर ना कहना तुम सर ने क्या नहीं। सो जाने तो पहला जो तुहानूं साडे एफर्ट्स अच्छे लग रहे हैं, वीडियो को लाइक कर दो, शेयर कर दो, तो चैनल को सबसक्राइब करके जाओ। डन। सो थैंक यू वेरी मच।